ਕਿਰਪਾ ਨਿਧਾਨ ਜਗਤ ਗੁਰੂ। ਇਹ ਸੰਸਾਰ ਤਾਪ ਹਰਣ ਹੈ, ਕਰੁਣਾ ਮੈਂ ਸਭ ਦੁੱਖ ਹਰੋ। हे सरन जोग दयाल है, दीना नाथ मया करो। शरीर स्वस्थ खीण समये, सिमरंत नानक राम दामोदर माधव है। बाणी गुरु गुरु है बाणी, विच बाणी अमृत सारे। गुरबाणी कहे सेवक जन मानै, परतख गुरु निस्तारे। सज्जन सच्चा पातशाहो, सिर साहां दै साहो। जिस पास बैठिया सोहिए, सबना दा वेसाहो। सतनाम श्री वाहिगुरु साहिब जी के जगतं कृति है, के शत्रं क्षत्रि है, के ब्रह्मं स्वरूप है, के अनप अनूप के जगतं कृति है। परम सन्मान योग गुरु रूप खालसा साध संगत जीओ, सिमर फतेह प्रवान करो जी। वाहिगुरु जी का खालसा, वाहिगुरु जी की फतेह। सतगुरु जी की कृपा सदका महापुरुषों के पावन पवित्र स्थानां उपर सत संगत का महान सुभाग प्राप्त हो रहा है। साध संगत का बड़ा भारी लाभ मन्निया गया है। साडी जिहड़ी बुद्धि है, मत है, ये चंगियां गल्लां नूं संसार दे विच लग के भुल जाती है, विसर जाती है। संगत का ये लाभ है कि संगत विच बैठण दे नाल जो सतगुरां दा उपदेश है, ये साडे हिरदे विच, साडी बुद्धि दे विच वसिया रहिंदा है। धार्मिक ग्रंथां दे विच बड़ा सुंदर बचन आउंदा है। अर्जन ने भगवान श्री कृष्ण जी नूं बेनती कीती कि महाराज, जिहड़ा उपदेश तुसी मेरे ते कृपा करके मैनूं महाभारत दे युद्ध विच दिता सी, वो राज भाग दे विच खुबण करके, अभ्यास ना करन करके मैं भुल चुका हाँ। कृपा करके उही उपदेश मैनूं दोबारा दो ताकि मेरा जीवन सफल हो सके। तां भगवान जी ने बहुत नाराज़गी प्रगट की, गुस्सा किया कि अर्जन, वो उपदेश तैनूं योग युगत हो के दिता सी, वाहिगुरू दे नाल एक मिक हो के दिता सी।
ਉਹ ਗੱਲ ਤੇ ਸੱਜਣਾ ਦੁਬਾਰਾ ਬਣਦੀ ਨਹੀਂ। ਤੇ ਤੇਰੇ ਉੱਤੇ ਇਸ ਗੱਲ ਦਾ ਰੋਸ ਵੀ ਹੈ, ਨਾਰਾਜ਼ਗੀ ਵੀ ਹੈ ਵੀ ਤੂੰ ਕਿਉਂ ਭੁੱਲਿਆ, ਤੂੰ ਕਿਉਂ ਵਿਸਾਰਿਆ। ਤੈਨੂੰ ਉਹਦਾ ਅਭਿਆਸ ਕਰਨਾ ਚਾਹੀਦਾ ਸੀ। ਤਾਂ ਇਹ ਜਿਹੜੀ ਸਾਡੀ ਦੁਨਿਆਵੀ ਬੁੱਧੀ ਹੈ, ਇਹ ਕੰਮਾਂ ਧੰਦਾਂ 'ਚ ਫਸ ਕੇ, ਚਿੰਤਾ 'ਚ ਫਸ ਕੇ, ਟੈਨਸ਼ਨ 'ਚ ਫਸ ਕੇ, ਵਿਕਾਰਾਂ 'ਚ ਲੱਗ ਕੇ ਜਿਹੜੇ ਸ਼ੁਭ ਗੁਣ ਨੇ, ਸ਼ੁਭ ਉਪਦੇਸ਼ ਹੈ, ਇਹਦੇ ਵਿੱਚੋਂ ਨਿਕਲ ਜਾਂਦਾ ਹੈ। ਇਸੇ ਕਰਕੇ ਤੁਸੀਂ ਦੇਖੋਗੇ ਵੀ ਜਿੰਨਾ ਚਿਰ ਤੇ ਆਪਾਂ ਕਥਾ 'ਚ ਬੈਠੇ ਉਹਨਾਂ ਚਿਰ ਰੱਬ ਚੇਤੇ, ਜਾਂ ਕਿਸੇ ਚੰਗੇ ਸੱਜਣ ਦਾ ਵਿਖਿਆਨ ਸੁਣ ਲਿਆ ਤੇ ਮਨ ਦੇ ਵਿੱਚ ਆਉਂਦਾ ਵੀ ਨਹੀਂ ਹੁਣ ਭਗਤੀ ਕਰਿਆ ਕਰਨੀ ਆ, ਸਿਮਰਤ ਕਰਿਆ ਕਰਦਾ, ਪਰ ਬਾਅਦ ਦੇ ਵਿੱਚ ਫੇਰ ਬੁੱਧੀ ਉੱਦਾਂ ਦੀ ਹੋ ਜਾਂਦੀ ਸੰਸਾਰ ਦੇ ਵਿੱਚ ਲੱਗ ਕੇ। ਤਾਂ ਇਹ ਬੁੱਧੀ ਦੇ ਵਿੱਚ ਦੋਸ਼ ਮੰਨਿਆ ਗਿਆ ਹੈ। ਤੇ ਤੁਸੀਂ ਦੇਖੋਗੇ ਵੀ ਜਿਹੜੇ ਕਥਾਵਾਚਕ ਨੇ, ਇਹ ਸਟੇਜ ਤੇ ਬਹਿ ਕੇ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਬੜੀਆਂ ਉੱਚੀਆਂ ਗੱਲਾਂ ਕਰਦੇ ਨੇ, ਤੇ ਜਦੋਂ ਇਹ ਥੱਲੇ ਉਤਰ ਆਉਂਦੇ ਨੇ ਤਾਂ ਇਹਨਾਂ ਦੇ ਜੀਵਨ ਉਸ ਤਰ੍ਹਾਂ ਦਾ ਨਹੀਂ ਹੁੰਦਾ। ਤਾਂ ਇਹਦਾ ਜਵਾਬ ਸਾਨੂੰ ਧਾਰਮਿਕ ਗ੍ਰੰਥਾਂ 'ਚੋਂ ਮਿਲਦਾ ਹੈ। ਜਿਹੜੀ ਘਟਨਾ ਪਹਿਲਾਂ ਸੁਣਾਈ ਹੈ ਕਿ ਜਦੋਂ ਕਥਾ ਵਾਲਾ ਕਥਾ ਕਰਦਾ ਤਾਂ ਉਹ ਯੋਗ ਯੁਕਤ ਹੋ ਕੇ ਕਰਦਾ ਹੈ। ਉਹਦੀ ਜਿਹੜੀ ਬੁੱਧੀ ਹੁੰਦੀ ਨਾ, ਉੱਤੇ ਪਰਮੇਸ਼ਰ ਦੇ ਨਾਲ ਉਹ ਕੁਝ ਜੁੜਦੀ ਹੈ, ਤੇ ਇਸ ਕਰਕੇ ਉਹਦੇ ਮੁਖ ਤੋਂ ਬੜੇ ਸੁੰਦਰ ਬਚਨ ਜਿਹੜੇ ਨੇ ਉਹ ਨਿਕਲਦੇ ਨੇ। ਪਰ ਜਦੋਂ ਸਤ ਸੰਗਤ ਦੇ ਵਿੱਚ ਉਹ ਬਾਹਰ ਆ ਜਾਂਦਾ ਹੈ ਤਾਂ ਫਿਰ ਉਹ ਗੱਲ ਨਹੀਂ ਰਹਿ ਜਾਂਦੀ। ਤਾਂ ਸਤ ਸੰਗਤ ਦਾ ਲਾਭ ਕੀ ਹੈ ਕਿ ਜਿਹੜਾ ਵਾਹਿਗੁਰੂ ਜੀ ਦਾ ਉਪਦੇਸ਼ ਹੈ, ਇਹ ਹਿਰਦੇ ਦੇ ਵਿੱਚ ਵਸਿਆ ਰਹਿੰਦਾ ਹੈ। ਗੁਰੂ ਦੀ ਕਿਰਪਾ ਦੇ ਨਾਲ ਸ਼ੁਭ ਗੁਣ ਨਿਵਾਸ ਕਰਦੇ ਨੇ, ਤੇ ਮਨ ਜਿਹੜਾ ਹੈ ਇਹ ਸੁਧਰਿਆ ਰਹਿੰਦਾ ਹੈ, ਤੇ ਇਹਦੇ ਉੱਤੇ ਚੰਗਾ ਅਸਰ ਪਿਆ ਰਹਿੰਦਾ ਹੈ। ਵਿਵੇਕ ਵੈਰਾਗ ਗੁਰੂ ਦੀ ਕਿਰਪਾ ਦੇ ਨਾਲ ਬਣਿਆ ਰਹਿੰਦਾ ਹੈ। ਇਸ ਕਰਕੇ ਮਹਾਰਾਜ ਜੀ ਨੇ ਸੰਗਤ ਦਾ ਲਾਭ ਬਹੁਤ ਜ਼ਿਆਦਾ ਮੰਨਿਆ ਹੈ। ਤਾਂ ਉਹ ਬੜੇ ਪ੍ਰੇਮ ਦੇ ਨਾਲ ਮਹਾਂਪੁਰਸ਼ਾਂ ਦੇ ਪਵਿੱਤਰ ਸਥਾਨ ਉੱਪਰ ਇਹ ਜੋ ਕਥਾ ਵਿਚਾਰ ਚੱਲ ਰਹੀ ਹੈ, ਕਲਗੀਧਰ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਸ਼੍ਰੀ ਮੁਖ ਵਾਗ ਬਾਣੀ ਸ੍ਰੀ ਜਾਪ ਸਾਹਿਬ ਜੀ ਦੀ ਭਗਵਤੀ ਛੰਦ ਦੀ ਵਿਆਖਿਆ ਚੱਲਦੀ ਪਈ ਹੈ। 105 ਪੌੜੀਆਂ ਤੱਕ ਕਥਾ ਆਪ ਸੰਗਤਾਂ ਨੇ ਕਿਰਪਾ ਕਰਕੇ ਕਰਵਾਈ ਹੈ। ਹੁਣ 106ਵੀਂ ਪੌੜੀ ਦੇ ਵਿੱਚ ਸੱਚੇ ਪਾਤਸ਼ਾਹ ਜਿੱਦਾਂ ਵਾਹਿਗੁਰੂ ਜੀ ਦੀ ਉਸਤਤ ਕਰਦੇ ਨੇ, ਗਰੀਬ ਨਵਾਜ ਦੀ ਉਸਤਤ ਕਰਦੇ ਨੇ, ਤਾਂ ਉਸਤਤ ਕਰਦੇ ਹੋਏ ਸੱਚੇ ਪਾਤਸ਼ਾਹ ਕੀ ਫਰਮਾ ਰਹੇ ਨੇ ਕਿ ਜਗਤੰ ਕ੍ਰਿਤੀ ਹੈ। ਕਿ ਇਹਦਾ ਅਰਥ ਪਹਿਲਾਂ ਵੀ ਆਪ ਸੰਗਤਾਂ ਦੇ ਚਰਨਾਂ 'ਚ ਬੇਨਤੀ ਕੀਤੀ ਸੀ ਕਿ ਤਵੱਜੋ ਦੇਣਾ, ਧਿਆਨ ਦਿਓ, ਧਿਆਨ ਦੇ ਨਾਲ। ਭਾਵ ਅਰਥ ਕੀ ਸੀ? ਉਹ ਜਾਂ ਜੋ ਵਾਹਿਗੁਰੂ ਜਗਤੰ ਕ੍ਰਿਤੀ ਹੈ, ਉਹ ਵਾਹਿਗੁਰੂ ਜਿਹੜਾ ਜਗਤੰ ਕ੍ਰਿਤੀ ਹੈ, ਉਹ ਵਾਹਿਗੁਰੂ ਪਰਮੇਸ਼ਰ ਜੀ ਜਿਹੜੇ ਜਗਤ ਦੇ ਤਾਈਂ ਕ੍ਰਿਤੀ ਪੈਦਾ ਕਰਨ ਵਾਲੇ ਨੇ। ਕਿਉਂ ਇਹ ਜਿੰਨਾ ਸੰਸਾਰ ਹੈ ਇਹ ਵਾਹਿਗੁਰੂ ਪਰਮੇਸ਼ਰ ਜੀ ਨੇ ਪੈਦਾ ਕੀਤਾ ਹੈ। ਗੁਰਬਾਣੀ ਅੰਦਰ ਬੜਾ ਸੁੰਦਰ ਫਰਮਾਨ ਆਉਂਦਾ ਹੈ, ਬਾਜ ਕਲਾ ਧਰ ਗਗਨ ਧਰਈਆ, ਏਕੋ ਕਰਤਾ ਜਿਨ ਜਗ ਕੀਆ। ਜਿਸ ਵਾਹਿਗੁਰੂ ਜੀ ਨੇ ਇਸ ਅਸਮਾਨ ਨੂੰ ਆਪਣੀ ਕਲਾ ਦੇ ਨਾਲ ਥੰਬਿਆ ਹੈ, ਬਿਨਾਂ ਥੰਮਾਂ ਤੋਂ ਇਸ ਅਸਮਾਨ ਨੂੰ ਰੱਖਿਆ ਹੈ, ਉਸ ਵਾਹਿਗੁਰੂ ਜੀ ਦੀ ਕਲਾ ਦੇ ਨਾਲ ਹੀ ਇਹ ਜਿਹੜਾ ਸਾਰਾ ਸੰਸਾਰ ਹੈ ਉਹ ਪੈਦਾ ਹੋਇਆ ਹੈ। ਜਾਂ ਫਿਰ ਕ੍ਰਿਤੀ ਦਾ ਅਰਥ ਹੁੰਦਾ ਹੈ ਕੀਰਤੀ, ਵਡਿਆਈ। ਇਹ ਅਕਾਲ ਪੁਰਖ ਜੀ ਜਿਹੜੀ ਤੇਰੀ ਕ੍ਰਿਤੀ ਹੈ ਇਹ ਸਾਰੇ ਜਗਤ ਦੇ ਵਿੱਚ ਫੈਲ ਰਹੀ ਹੈ। ਸਾਰਾ ਸੰਸਾਰ ਤੇਰੀ ਉਸਤਤ ਕਰਦਾ ਹੈ, ਤੇਰੀ ਵਡਿਆਈ ਕਰਦਾ ਹੈ। ਮੁੱਖ ਅਰਥ ਤਾਂ ਇਹੀ ਹੈ ਕਿ ਜਿਸ ਵਾਹਿਗੁਰੂ ਜੀ ਨੇ ਜਗਤੰ ਕ੍ਰਿਤੀ, ਜਗਤ ਨੂੰ ਕੀਤਾ ਹੈ, ਪੈਦਾ ਕੀਤਾ ਹੈ, ਸੰਸਾਰ ਦੀ ਰਚਨਾ ਕੀਤੀ ਹੈ। ਹੁਣ ਸੰਸਾਰ ਦੋ ਤਰ੍ਹਾਂ ਦਾ ਮੰਨਿਆ ਗਿਆ ਹੈ, ਇੱਕ ਤਾਂ ਸੂਖਸ਼ਮ ਸੰਸਾਰ, ਦੂਸਰਾ ਸਥੂਲ ਸੰਸਾਰ।
ਸੂਖਸ਼ਮ ਸੰਸਾਰ ਉਹ ਹੁੰਦਾ ਹੈ ਜਿਹੜਾ ਅੱਖਾਂ ਦੀ ਪਕੜ ਦੇ ਵਿੱਚ ਨਹੀਂ ਆਉਂਦਾ, ਤੇ ਸਥੂਲ ਸੰਸਾਰ ਕਿਹੜਾ ਹੈ ਜੋ ਸਾਨੂੰ ਅੱਖਾਂ ਦੇ ਨਾਲ ਦਿਖਦਾ ਹੈ। ਇਹ ਦੋ ਤਰ੍ਹਾਂ ਦੀ ਸ੍ਰਿਸ਼ਟੀ ਹੈ, ਨੂਰੀ ਸ੍ਰਿਸ਼ਟੀ ਤੇ ਖਾਕ ਤੋਂ ਪੈਦਾ ਹੋਣ ਵਾਲੀ, ਮਿੱਟੀ ਤੋਂ ਪੈਦਾ ਹੋਣ ਵਾਲੀ ਸ੍ਰਿਸ਼ਟੀ। ਦੋ ਤਰ੍ਹਾਂ ਦਾ ਸੰਸਾਰ ਮੰਨਿਆ ਗਿਆ ਹੈ। ਅੱਜ ਕੱਲ੍ਹ ਕਈ ਸੱਜਣ ਇਸ ਤਰ੍ਹਾਂ ਵੀ ਮਹਾਂਪੁਰਸ਼ਾਂ ਨੂੰ ਸਵਾਲ ਕਰ ਦਿੰਦੇ ਨੇ, ਜਿਵੇਂ ਰਾਮਪੁਰ ਖੇੜੇ ਵਾਲੇ ਸੰਤਾਂ ਨੂੰ ਕਿਸੇ ਨੇ ਸਵਾਲ ਕੀਤਾ ਸੀ ਕਿ ਬਾਬਾ ਜੀ ਤੁਸੀਂ ਨਰਕ ਤੇ ਸਵਰਗ ਨੂੰ ਮੰਨਦੇ ਹੋ ਕਿ ਨਹੀਂ? ਤਾਂ ਸਤਿਪੁਰਖਾਂ ਨੇ, ਮਹਾਂਪੁਰਸ਼ਾਂ ਨੇ ਜਵਾਬ ਦਿੱਤਾ ਸੀ ਕਿ ਕਰਨਲ ਸਾਹਿਬ, ਭਾਈ ਸਿੱਖਾ, ਤੁਸੀਂ ਕਿਤੇ ਗੁਰਬਾਣੀ ਦਾ ਪਾਠ ਕੀਤਾ ਕਿ ਨਹੀਂ? ਤਾਂ ਉਹ ਸੱਜਣ ਕਹਿਣ ਲੱਗੇ, ਜੀ ਦਾਸ ਗੁਰਬਾਣੀ ਦਾ ਸਹਿਜ ਪਾਠ ਕਰਦਾ ਹੈ, ਗੁਰਬਾਣੀ ਦਾ ਜਾਪ ਕਰਦਾ ਹੈ। ਤਾਂ ਕਹਿੰਦੇ ਭਾਈ ਗੁਰਬਾਣੀ ਵਿੱਚ ਤੇ ਫਿਰ ਇਸ ਤਰ੍ਹਾਂ ਦੀਆਂ ਬੇਅੰਤ ਹੀ ਤੁਕਾਂ ਆਈਆਂ ਨੇ, ਪੰਕਤੀਆਂ ਆਈਆਂ ਨੇ ਜਿੱਥੇ ਦੱਸਿਆ ਜਾਂਦਾ ਹੈ ਕਿ ਧਰਮ ਰਾਜਾ ਹਿਸਾਬ ਲਵੇਗਾ, ਪੁੰਨੀਆਂ ਨੂੰ ਸੁੱਖ ਦੀ ਪ੍ਰਾਪਤੀ ਹੋਊਗੀ, ਪਾਪੀਆਂ ਨੂੰ ਉਹ ਸਜ਼ਾ ਦੇਵੇਗਾ। ਤਾਂ ਉਹ ਸੱਜਣ ਕਹਿਣ ਲੱਗੇ, ਜੀ ਵਿਦਵਾਨ ਤਾਂ ਇਸ ਗੱਲ ਨੂੰ ਇਸ ਤਰ੍ਹਾਂ ਕਹਿੰਦੇ ਨੇ ਵੀ ਇਹ ਭਿਆਨਕ ਰਾਸ ਆ। ਮੈਨੇ ਜਿਵੇਂ ਨਿਆਣੇ ਨੂੰ ਡਰਾਉਣ ਵਾਸਤੇ ਉਹਦੀ ਮਾਂ ਕਹਿ ਦਿੰਦੀ ਆ ਬਾਹਰ ਨਾ ਜਾਈ ਨਹੀਂ ਤੇ ਹਊ ਆ ਜਾਊਗਾ ਜਾਂ ਮਾਊ ਆ ਜਾਊਗਾ। ਹੁਣ ਉਹ ਮਾਊ ਜਾਂ ਹਊ ਕਿਹੜੀ ਬਲਾ ਵਾ? ਕੋਈ ਵੀ ਨਹੀਂ। ਉਹ ਸਿਰਫ ਬੱਚੇ ਨੂੰ ਡਰਾਉਣ ਵਾਸਤੇ ਵੀ ਇਹ ਬਾਹਰ ਨਾ ਜਾਵੇ ਤੇ ਡਰਦਾ ਅੰਦਰ ਹੀ ਖੇਡੇ, ਕਿਉਂ ਬਾਹਰ ਗਿਆ ਹੋ ਸਕਦਾ ਹੈ ਨਿਗਾਹ ਤੋਂ ਪਰੇ ਹੋ ਜੇ, ਕੋਈ ਨੁਕਸਾਨ ਹੋ ਜੇ, ਸੱਟ ਵੱਜ ਜੇ, ਕਿਉਂ ਨਿਆਣੇ ਦਾ ਸੁਭਾਅ ਨੇ ਤੇ ਸ਼ਰਾਰਤ ਕਰੀ ਜਾਣੀ ਹੈ। ਇਸ ਕਰਕੇ ਇਹ ਭਿਆਨਕ ਰਸ ਹੈ। ਤੇ ਦੂਸਰੇ ਬੰਨੇ ਲੋਭ ਰਸ ਹੈ, ਵੀ ਜਿਵੇਂ ਕੋਈ ਲਾਲਚ ਦੇ ਕੇ ਕਿਸੇ ਬੰਦੇ ਨੂੰ ਚੰਗੇ ਕੰਮ ਦੇ ਵਿੱਚ ਲਾ ਛੱਡਣਾ, ਵੀ ਜੇ ਤੂੰ ਆਹ ਕੰਮ ਕਰੇਗਾ ਤੇ ਤੈਨੂੰ ਆਹ ਚੀਜ਼ ਦਿੱਤੀ ਜਾਵੇਗੀ। ਜਿਵੇਂ ਧੰਨ ਬਾਬਾ ਫਰੀਦ ਸਾਹਿਬ ਦੀ ਮਾਤਾ, ਸਤਿਕਾਰਯੋਗ ਮਾਤਾ, ਤਿਨਾਂ ਨੇ ਬਾਬਾ ਫਰੀਦ ਸਾਹਿਬ ਨੂੰ ਭਗਤੀ ਵਿੱਚ ਇਸ ਤਰ੍ਹਾਂ ਲਾਇਆ ਕਿ ਜੇ ਤੂੰ ਨਮਾਜ਼ ਪੜ੍ਹੇਗਾ ਤੇ ਰੱਬ ਤੈਨੂੰ ਖਾਣ ਵਾਸਤੇ ਮਿੱਠੀ ਸ਼ੱਕਰ ਦੇਵੇਗਾ। ਇਸ ਲਾਲਚ ਦੇ ਵਿੱਚ ਉਹ ਭਗਤੀ 'ਚ ਲੱਗੇ, ਬੰਦਗੀ 'ਚ ਲੱਗੇ। ਇਹ ਕੀ ਹੋ ਗਿਆ? ਲੋਭ ਰਸ। ਵੀ ਜਿਹੜੇ ਧਾਰਮਿਕ ਗ੍ਰੰਥਾਂ ਵਿੱਚ ਸਵਰਗਾਂ ਦੀ ਗੱਲ ਆਉਂਦੀ ਆ, ਇਹ ਆ ਲੋਭ ਰਸ। ਵੀ ਜੇ ਤੁਸੀਂ ਚੰਗੇ ਕੰਮ ਕਰੋਗੇ ਤੇ ਰੱਬ ਤੁਹਾਨੂੰ ਸੁੱਖ ਦੇਵੇਗਾ। ਤੇ ਜਿਹੜੀ ਨਰਕਾਂ ਦੀ ਗੱਲ ਆਉਂਦੀ ਆ, ਮਹਾਂਪੁਰਸ਼ੋ ਵਿਦਵਾਨ ਕਹਿੰਦੇ ਨੇ ਇਹ ਆ ਭਿਆਨਕ ਰਸ, ਜਿਵੇਂ ਡਰਾਉਣਾ। ਤਾਂ ਮਹਾਂਪੁਰਖ ਕਹਿਣ ਲੱਗੇ, ਭਾਈ ਸਿੱਖਾ, ਕੀ ਤੂੰ ਵਿਦਵਾਨਾਂ ਨੂੰ ਵੱਡੇ ਮੰਨਦਾ ਕਿ ਗੁਰੂ ਸਾਹਿਬ ਨੂੰ? ਕਹਿੰਦਾ ਜੀ ਗੁਰੂ ਸਾਹਿਬ ਨੂੰ। ਤਾਂ ਕਹਿੰਦੇ ਗੁਰੂ ਗ੍ਰੰਥ ਸਾਹਿਬ ਦੇ ਮੁਤਾਬਕ ਕੀ ਸਤਿਗੁਰੂ ਝੂਠ ਬੋਲਦੇ ਆ? ਇਹਦਾ ਮਤਲਬ ਸਤਿਗੁਰੂ ਰਾਜਨੀਤੀ ਕਰਦੇ ਆ, ਚਲਾਕੀ ਕਰਦੇ ਆ? ਕਹਿੰਦਾ ਜੀ ਨਹੀਂ, ਗੁਰੂ ਗ੍ਰੰਥ ਸਾਹਿਬ ਜੀ ਦੇ ਮੁਤਾਬਕ ਤਾਂ ਸੰਤਨ ਕੀ ਸੁਣ ਸਾਚੀ ਸਾਖੀ ਸੋ ਬੋਲੇ ਜੋ ਪੇਖੈ ਆਖੀ। ਸਤਿਗੁਰੂ ਜਾਂ ਸੰਤ ਤੇ ਉਹ ਬੋਲਦੇ ਨੇ ਜਿਹੜੀ ਚੀਜ਼ ਉਹਨਾਂ ਨੇ ਅੱਖਾਂ ਨਾਲ ਵੇਖੀ ਹੋਵੇ। ਇਹ ਜਿਹੜੇ ਕਰਨੀ ਤੋਂ ਹੀਣੇ ਤੇ ਸ਼ਰਧਾ ਤੋਂ ਫੋਕੇ ਜਿਹੜੇ ਵਿਦਵਾਨ ਨੇ, ਇਹਨਾਂ ਤੇ ਸਾਰੀ ਦੁਨੀਆ ਹੀ ਗਲਤ ਵਿਆਖਿਆ ਕਰ ਕਰਕੇ ਕੁਰਾਏ ਪਾਤੀ ਆ ਵੀ ਆ ਜੱਗ ਮਿੱਠਾ ਅਗਲਾ ਕਿਨ ਡਿੱਠਾ। ਤੇ ਗੁਰਬਾਣੀ ਦੀ ਵਿਆਖਿਆ ਕਰਦੇ ਕਹਿ ਦੇਣਗੇ ਜਿੱਥੇ ਨਰਕਾਂ ਦੀ ਗੱਲ ਆਊਗੀ, ਸਵਰਗਾਂ ਦੀ ਗੱਲ ਆਊਗੀ, ਉੱਥੇ ਕਹਿ ਕੇ ਨਿਕਲ ਜਾਂਦੇ ਜੀ ਇਹ ਤਾਂ ਭਿਆਨਕ ਰਸ ਆ। ਜੇ ਨਰਕਾਂ ਦੀ ਗੱਲ ਆ ਗਈ ਤੇ ਜੇ ਸਵਰਗਾਂ ਦੀ ਗੱਲ ਆ ਗਈ ਜੀ ਇਹ ਤਾਂ ਲੋਭ ਰਸ ਆ।
पर चलो जे मन भी लईए, पहली गल तो यह आ भी संतन की सुन साची साखी, साडा निश्चा ते इत्थे है, सो बोले जो वेखे आखे। सतगुरु वो बोलते ने जो उन्होंने अखां नाल वेख्या। ते दूसरे बन्ने जे मन भी लईए भी ये डराउण वास्ते जां लालच देण वास्ते आ, तेरे कहण मुताबक असी तो नहीं मानते। असी तो मानते हाँ भी कई कोट नरक सुरग अवतार सब कुछ है। क्यों सृष्टि दो तरह की, एक स्थूल जिहड़ी दिखण च आउंदी, एक सूक्ष्म जिहड़ी दिखण च नहीं आउंदी। तां असी तो ये मानते हैं, पर जे मन भी लईए तां चंगे बन्ने लाउणा कोई माड़ी गल। जिवें पुलिस दा दबका शराबी नूं पवे ते वो डर जांदा है, गुनाह करदा होया डरदा है अपराधी बंदा। ते चंगे बन्ने लाउणा ते माड़े बन्ने हटाउणा ये कोई माड़ी गलत नहीं जे तेरी गल भी मान लईए। हुण भाई साहब भाई रणधीर सिंह जी अखंड कीर्तनी जथे दे जिहड़े मुखी महापुरुष मन्ने गए ने, उन्हां नूं कोई परमेश्वर दी गुरमत दी सोझी थोड़ी सी। जिवें सुते सिद्ध सिखां दे परिवारां 'च बच्चे केस रखदे आ, इदां केस दाड़ा रखिया सी, कोई विशेष थोड़ी कमाई करदे सी। BA दा इम्तिहान आया अंग्रेज़ां दे टाइम, किन्नी पढ़ाई कीती होगी उन्होंने। जे दास भुलेखा ना खावे तां उन्हां दे बजुर्ग जज सी, आप वो तहसीलदार सी अंग्रेज़ां दे टाइम, पढ़े लिखे। ते BA दा टाइम ते बजुर्गां ने ना चिट्ठी दे नाल गुड़का साहब भेजिया, पोथी भेजी भी 2 इम्तिहानां चो काका तू पास होना वा। इन्हां आख्या पिता जी 2? कहंदे हाँ, एक ते तू BA दे पेपर देने आ ते दूजा इम्तिहान तेरा ये आ भी सवेरे भी नितनेम करना ते शाम नूं रहरा साहब दा नितनेम करना। दूजा इम्तिहान ये। ते इन्हां ने सुभाव अनुसार पुछया भी बाणी पढ़िया मिलू की? कहंदे महाराज तेनू पास करा दूगा। भाई साहब भाई रणधीर सिंह जी कहंदे मैं इसे लालच च ही बाणी पढ़ी गया भी BA चो पास हो जाएंगे, चंगी नौकरी मिलेगी। अपने लोभ को कीनो मीत, तो अपने लोभ वास्ते BA दे पेपर चो डरदियां, जिवें न्याणे नहीं सुख दिंदे हुंदे भी बाबा पास करा दे, कड़ा प्रसादी देग चढ़ाऊंगा। सारा साल भावें ना पढ़े होण, पर भाई साहब ते बड़े मेहनती सी, नितनेमी सन। तां लालच वस भी BA चो पास होवांगे ते नितनेम करते रहे। बस इहो जिहा वराग चढ़िया नितनेम दा भी, फिर सारी उम्र नितनेम ते ही हो गए, सारी उम्र रब वाले पासे ही हो गए। ते फिर बजुर्ग नाराज हो गए। किसी ने चिट्ठी लिख के पा दी भी तुहाडा जिहड़ा लड़का वा उन्होंने परमार्थ दा नशा चढ़ गया वा ते पढ़ाई गया छड्ड। ते जदों आण के बजुर्गां ने समझाया, सब कुछ कीता, ते कहण लगे तुसीं ते इस बन्ने लाया सी। जदों बजुर्गां ने आण के वेख्या ते पोथी फड़ के रोई जाण, कहंदे तुसीं आपे ते इस बन्ने लाया, हुण आप ही ढाउंदे हो। तां जे किसे लालच करके भी रब दे बन्ने जुड़िया जावे ते माड़ा की आ, ते जे भयानक रस करके भी माड़े कम्मां तो बचिया जावे ते माड़ा की आ। धार्मिक ग्रंथां दे विच ना एक अन्यो अन्या इतिहास मन्निया। इतिहास ते कई ने, पर एक इतिहास जिहदे विच सारे ही आ जांदे ने बहुती सिर खपाई नालों, वो की अन्यो अन्या इतिहास। ਉਹਦਾ मतलब ये ਹੁੰਦਾ भी एक चीज़ दे गुण दूजे 'ਚ पै जाने। जिवें परमात्मा सच्चा सी, परमात्मा की आ सत हमेशा रहण वाला। परमात्मा दा गुण कित्थे पै गया? दुनिया 'ਚ लोकां ने की मान लिया, ये दुनिया
ਹਮੇਸ਼ਾ ਰਹੇਗੀ, ਸੰਸਾਰ ਹਮੇਸ਼ਾ ਰਹੇਗਾ। ਅੱਛਾ, ਦੁਨੀਆ ਦਾ ਗੁਣ ਕੀ ਆ? ਝੂਠਾ। ਦੁਨੀਆ ਕੀ ਝੂਠੀ? ਉਹ ਰੱਬ 'ਚ ਮੰਨ ਲਿਆ ਵੀ ਨਹੀਂ ਜੀ ਦੁਨੀਆ ਸੱਚੀ ਆ, ਰੱਬ ਝੂਠਾ ਵਾ, ਰੱਬ ਦੀਆਂ ਗੱਲਾਂ ਐਵੇਂ ਬਣਾਈਆਂ ਇਹਨਾਂ। ਉਲਟਾ ਹੋ ਗਿਆ ਨਾ ਕੰਮ, ਇੱਕ ਦੂਜੇ ਦੇ ਗੁਣ ਇੱਕ ਦੂਜੇ ਚਲੇ ਗਏ। ਜਿਵੇਂ ਕਹਿੰਦੇ ਕਿਸੇ ਪਿੰਡ ਨੂੰ ਨਾ ਅੰਨਿਓ ਅੰਨਿਆ ਇਤਿਹਾਸ ਬੜਾ ਸੁੰਦਰ ਵਿਧਾਨ ਦੇ ਵਿੱਚ ਆਉਂਦਾ ਹੈ ਵੀ ਹੈ ਤਾਂ ਰੱਬ ਸੀ ਸੱਤ, ਪਰ ਮੰਨ ਲਈ ਦੁਨੀਆ ਸੱਤ। ਹੈ ਤਾਂ ਸੀ ਰੱਬ ਚੇਤਨ, ਮੰਨ ਲਈ ਦੁਨੀਆ ਚੇਤਨ। ਹੈ ਤਾਂ ਸੀ ਰੱਬ ਦੇ ਵਿੱਚ ਸੁੱਖ ਆਨੰਦ, ਮੰਨ ਲਿਆ ਦੁਨੀਆ 'ਚ ਸੁੱਖ ਆਨੰਦ। ਕਹਿੰਦੇ ਜਿਵੇਂ ਕਿਸੇ ਪਿੰਡ ਨੂੰ ਅੱਗ ਲੱਗੀ ਤੇ ਇੱਕ ਲੰਗੜਾ ਤੇ ਇੱਕ ਅੰਨਾ, ਅੰਨਿਓ ਅੰਨਿਆ ਇਤਿਹਾਸ। ਹੁਣ ਅੰਨੇ ਨੂੰ ਦੀਂਦਾ ਨਹੀਂ, ਲੰਗੜੇ ਤੋਂ ਤੁਰਿਆ ਨਹੀਂ ਜਾਂਦਾ ਤੇ ਪਿੰਡ ਨੂੰ ਲੱਗ ਗਈ ਅੱਗ, ਬਚੀਏ ਕਿੱਦਾਂ? ਤਾਂ ਅੰਨੇ ਨੇ ਕੀ ਆਖਿਆ ਵੀ ਮੇਰੇ ਤੋਂ ਅੱਖਾਂ ਨਹੀਂ, ਤੇ ਲੰਗੜਾ ਕਹਿੰਦਾ ਮੇਰੇ ਤੋਂ ਲੱਤਾਂ ਨਹੀਂ। ਅੰਨੇ ਨੇ ਆਖਿਆ ਫਿਰ ਚੜ੍ਹ ਮੇਰੇ ਮੋਢਿਆਂ ਤੇ, ਵੀ ਅੱਖਾਂ ਤੇਰੇ ਤੋਂ ਆ ਤੇ ਲੱਤਾਂ ਮੇਰੇ ਤੋਂ ਆ, ਤੂੰ ਮੇਰੇ ਮੋਢਿਆਂ ਤੇ ਚੜ੍ਹ ਕੇ ਰਾਹ ਦੱਸ ਤੇ ਲੱਤਾਂ ਨਾਲ ਮੈਂ ਤੁਰਿਆ ਜਾਊਂਗਾ, ਤੂੰ ਲੰਗੜਾ ਵਾ। ਇੱਦਾਂ ਦੋਵੇਂ ਅੱਗ ਤੋਂ ਬਚੇ ਸੀ। ਇਹਨੂੰ ਕਹਿੰਦੇ ਇੱਕ ਦੂਜੇ ਦੇ ਵਿੱਚ ਗੁਣ ਪੈ ਜਾਣੇ। ਤਾਂ ਹੈ ਤਾਂ ਰੱਬ ਸੱਚਾ ਸੀ, ਪਰਮੇਸ਼ਰ ਸੱਚਾ ਸੀ, ਪਰ ਦੁਨੀਆ ਕੀ ਕਹਿੰਦੀ ਹੈ? ਆਹ ਜੱਗ ਸੱਚਾ, ਅਗਲਾ ਕਿਹਨੇ ਡਿੱਠਾ। ਇੱਕ ਮਹਾਤਮਾ ਹੋਏ ਨਾ ਸ਼੍ਰੀਮਾਨ ਸੰਤ ਕਿਰਪਾਲ ਸਿੰਘ ਜੀ ਛੰਨਾ ਵਾਲੇ, ਜਿਹੜੇ ਬੜੇ ਸੂਰਬੀਰ ਅਕਾਲੀ ਰੈਜੀਮੈਂਟ ਜਿਨ੍ਹਾਂ ਨੇ ਬਣਾਈ ਹੁੰਦੀ ਸੀ, ਬੜੇ ਸ਼ਸਤਰ ਰੱਖਣ ਦੇ ਸ਼ੌਕੀਨ ਸੀ ਤੇ ਸਿੰਘਾਂ ਨੂੰ ਆਪਣੀ ਵਾੜ ਮੰਨਦੇ ਸੀ। ਉਹਨਾਂ ਦੇ ਜਿਹੜੇ ਪਿਤਾ ਜੀ ਸੀ ਸ਼੍ਰੀਮਾਨ ਸੰਤ ਕਿਰਪਾਲ ਸਿੰਘ ਜੀ ਛੰਨਾ ਵਾਲਿਆਂ ਦੇ, ਉਹ ਜਦੋਂ ਬਰਮਾ ਦੇ ਵਿੱਚ ਆਰਮੀ ਵਿੱਚ ਨੌਕਰੀ ਕਰਦੇ ਸੀ ਤੇ ਉਹਨਾਂ ਦੀ ਅਚਾਨਕ ਮੌਤ ਹੋ ਗਈ। ਜਦੋਂ ਮੌਤ ਹੋ ਗਈ, ਫੌਜੀਆਂ ਨੇ ਚਿਖਾ ਤਿਆਰ ਕੀਤੀ ਤੇ ਚਿਖਾ ਨੂੰ ਅੱਗ ਵੀ ਲਾਤੀ। ਅਜੇ ਸਰੀਰ ਥੋੜਾ ਜਿਹਾ ਸੜਿਆ ਸੀ, ਕਿਸੇ ਗੈਬੀ ਸ਼ਕਤੀ ਨੇ ਉਹਨਾਂ ਦਾ ਸਰੀਰ ਚਿਖਾ ਦੇ ਵਿੱਚੋਂ ਕੱਢ ਕੇ ਬਾਹਰ ਸੁੱਟਤਾ। ਉਧਰ ਉਹਨਾਂ ਨਾਲ ਕੀ ਘਟਨਾ ਹੋ ਗਈ? ਜਿਹੜੇ ਮਰ ਚੁੱਕੇ ਨੇ ਉਹ ਪਰਲੋਕ 'ਚ ਜਾਂਦੇ ਨੇ ਤੇ ਉਹਨਾਂ ਦੇ ਸਾਹਮਣੇ ਧੀ ਦਾ ਤੇ ਮਾਂ ਦਾ ਲੇਖਾ ਧਰਮਰਾਜ ਕਰਦਾ ਪਿਆ ਹੈ। ਮਾਂ ਨੇ ਧੀ ਤੋਂ ਕੁਝ ਲਿਆ ਸੀ ਤੇ ਬਾਅਦ 'ਚ ਗਈ ਮੁੱਕਰ, ਧੀ ਨੂੰ ਵਾਪਸ ਨਾ ਕੀਤਾ ਤੇ ਉਹਨੂੰ ਏਡੀ ਭਾਰੀ ਸਜ਼ਾ ਦਿੱਤੀ ਜਾ ਰਹੀ ਸੀ ਮਾਂ ਨੂੰ ਕਿ ਉਹਨੂੰ ਕੋਲੂ ਦੇ ਵਿੱਚ ਪੀੜਿਆ ਜਾ ਰਿਹਾ ਸੀ। ਜੋ ਉਹਨਾਂ ਨੇ ਦੇਖਿਆ ਤਾਂ ਕਹਿੰਦੇ ਦੇਖ ਕੇ ਸਾਡੇ ਤੇ ਰੂਹ ਕੰਬ ਗਈ। ਇੰਨੇ ਚਿਰ ਨੂੰ ਉਹ ਜਿਹੜਾ ਧਰਮਰਾਜਾ ਸੀ ਉਹ ਕਹਿਣ ਲੱਗਾ ਤੁਹਾਡੇ ਤੇ ਅਜੇ ਸਵਾਸ ਬਾਕੀ ਆ, ਇਹ ਕੋਈ ਪਰਮੇਸ਼ਰ ਨੇ ਤੁਹਾਡੇ ਤੇ ਕਿਰਪਾ ਕੀਤੀ, ਤੁਹਾਡੇ ਤੋਂ ਬੰਦਗੀ ਕਰਾਉਣੀ ਹੈ, ਇਸ ਕਰਕੇ ਜਾਓ, ਵਾਪਸ ਜਾਓ। ਇਹ ਤੁਹਾਨੂੰ ਇੱਕ ਦ੍ਰਿਸ਼, ਇੱਕ ਨਜ਼ਾਰਾ ਹੀ ਦਿਖਾਇਆ ਪਰਮੇਸ਼ਰ ਨੇ ਵਿਰਾਗ ਪੈਦਾ ਕਰਨ ਵਾਸਤੇ। ਕਿਉਂ ਆਪਾਂ ਵੀ ਕਹਿ ਦਿੰਦੇ ਆ ਨਾ ਸਵਰਗ ਨਰਕ ਵੇਖਿਆ ਕਿਸੇ ਨੇ। ਤਾਂ ਉਹ ਜਦੋਂ ਵਾਪਸ ਆਏ ਤਾਂ ਉਹਨਾਂ ਦਾ ਕਾਫੀ ਸਰੀਰ ਸੜ ਚੁੱਕਿਆ ਸੀ। ਬਾਕੀ ਜਦੋਂ ਉਹਨਾਂ ਪਾਣੀ ਮੰਗਿਆ, ਫਿਰ ਹੌਲੀ ਹੌਲੀ ਉਹਨਾਂ ਦਾ ਕਈ ਮਹੀਨੇ ਇਲਾਜ ਕੀਤਾ ਗਿਆ। ਬਾਕੀ ਨਿਸ਼ਾਨ ਤੇ ਮਿਟ ਗਏ ਪਰ ਲੱਤਾਂ ਤੇ ਉਹਨਾਂ ਦੇ ਨਿਸ਼ਾਨ ਰਹੇ। ਤਾਂ ਉਹਨਾਂ ਹੱਸ ਕੇ ਕਹਿਣਾ ਜਦੋਂ ਮੇਰਾ ਮਨ ਖਰਾਬ ਕਰਨ ਲੱਗਦਾ ਨਾ, ਮੈਂ ਲੱਤਾਂ ਤੇ ਜਿਹੜੇ ਅੱਗ ਦੇ ਸੜਨ ਦੇ ਨਿਸ਼ਾਨ ਪਏ ਨਾ, ਇਹਨਾਂ ਹਾਲ ਵੇਖ ਲੈਂਦਾ। ਤੇ ਫੌਜੀਆਂ ਨੇ ਬੜੇ ਪ੍ਰੇਮ ਦੇ ਨਾਲ ਕਹਿਣਾ ਬਾਬਾ ਜੀ ਉਹ ਗੱਲ ਸੁਣਾਓ ਜਦੋਂ ਤੁਸੀਂ ਮਰ ਗਏ ਸੀ। ਕਿਉਂ ਜਿਹੜਾ ਨਾਮ ਹੈ ਨਾ ਇਹ ਤਿੰਨ ਤਰ੍ਹਾਂ ਜਪਿਆ ਜਾਂਦਾ ਹੈ, ਜਾਂ ਤੇ ਪ੍ਰੇਮ ਨਾਲ, ਜਾਂ ਫਿਰ ਡਰ ਨਾਲ, ਜਾਂ ਫਿਰ ਕਿਸੇ ਨੇ ਪਿਛਲੇ ਜਨਮਾਂ 'ਚ ਨਿਸ਼ਕਾਮ ਭਗਤੀ ਕੀਤੀ ਹੋਵੇ, ਕਰਮ ਕੀਤੇ ਹੋਣ ਨਿਸ਼ਕਾਮ, ਉਹ ਇਸ ਜਨਮ ਦੇ ਵਿੱਚ ਨਾਮ ਦੀ ਕਮਾਈ ਕਰਦਾ। ਤਾਂ ਕਹਿਣ ਤੋਂ ਭਾਵ ਵੀ ਜਿਹੜੀ ਸ੍ਰਿਸ਼ਟੀ ਆ ਕਿ ਜਗਤੰ ਕ੍ਰਿਤੀ ਹੈ, ਉਹ ਵਾਹਿਗੁਰੂ ਜਿਸ ਨੇ ਜਗਤ ਨੂੰ ਕ੍ਰਿਤੀ ਕੀਤਾ ਹੈ, ਤਾਂ ਉਸ ਪਰਮੇਸ਼ਰ ਜੀ ਨੇ ਦੋ ਤਰ੍ਹਾਂ ਦਾ ਸੰਸਾਰ ਬਣਾਇਆ ਹੈ।
ਇੱਕ ਸੂਖਮ ਸ੍ਰਿਸ਼ਟੀ ਤੇ ਇੱਕ ਸਥੂਲ ਸ੍ਰਿਸ਼ਟੀ। ਤਾਂ ਸਤਿਗੁਰੂ ਜੀ ਫਰਮਾਉਂਦੇ ਹਨ ਕਿ ਸ਼ਤਰੰਗ ਛਤਰੀ ਹੈ। ਉਹ ਜੋ ਵਾਹਿਗੁਰੂ ਪਰਮੇਸ਼ਰ ਜੀ ਸ਼ਤਰੰਗ ਛਤਰੀ ਹੈ। ਸ਼ਤਰੰਗ ਬਹੁ ਵਚਨ ਸੂਰਮਿਆਂ ਦਾ ਵੀ ਜਿਹੜਾ ਸੂਰਮਾ ਹੈ, ਜਿਹਦੇ ਵਰਗਾ ਕੋਈ ਵੱਡਾ ਸੂਰਮਾ ਨਹੀਂ। ਹੁਣ ਆਪਾਂ ਗੁਰਬਾਣੀ ਦੇ ਵਿੱਚ 10ਵੇਂ ਪਾਤਸ਼ਾਹ ਦੀ ਬਾਣੀ ਦੇ ਵਿੱਚ ਬੜੇ ਪ੍ਰੇਮ ਦੇ ਨਾਲ ਇਹ ਸ਼ਬਦ ਪੜ੍ਹਦੇ ਹਾਂ ਕਿ ਹੇ ਵਾਹਿਗੁਰੂ ਜੀ, ਹਰ ਜਗ੍ਹਾ ਤੇ ਤੂੰ ਹੀ ਬੈਠਾ ਹੈ, ਤਾਂ ਕਤਹੂ ਸਿਪਾਹੀ ਹੋਏ ਕੈ ਸਾਧਤ ਸਲਾਹਨ ਕੋ, ਕਹੂੰ ਛਤਰੀ ਹੋਏ ਕੈ ਆਰ ਮਾਰਤ ਮਰਤ ਹੋ। ਕਿਤੇ ਤੇ ਤੂੰ ਸਿਪਾਹੀ ਬਣ ਕੇ ਪਹਿਰੇ ਦਿੰਦਾ ਹੈ, ਨੌਕਰੀ ਕਰਦਾ ਹੈ, ਤੇ ਕਿਤੇ ਛਤਰੀ ਹੋਏ ਕੇ ਭਾਵ ਸੂਰਮਾ ਹੋ ਕੇ ਅਰੀ ਦੁਸ਼ਮਣ ਨੂੰ ਮਾਰਦਾ ਜਾਂ ਆਪ ਮਰ ਜਾਣਾ, ਸ਼ਹੀਦ ਹੋ ਜਾਣਾ। ਕਿਸੇ ਸਰੀਰ ਵਿੱਚ ਤੂੰ ਇਹ ਖੇਡ ਕਰਦਾ ਪਿਆ ਹੈ। ਤਾਂ ਵਾਹਿਗੁਰੂ ਜੀ ਕੀ ਹੈ, ਜਿਹੜਾ ਛਤਰੀਆਂ ਦਾ ਵੀ ਛਤਰੀ ਹੈ, ਸੂਰਮਿਆਂ ਵਿੱਚ ਸੂਰਮਾ ਸਰੂਪ ਹੈ। ਜਾਂ ਫਿਰ ਛਤਰੰਗ ਮੈਨੇ ਛਤਰ ਧਾਰੀ, ਸੀਸ ਤੇ ਛਤਰ ਝੁਲਦਾ ਨਾ ਰਾਜੇ ਮਹਾਰਾਜਿਆਂ ਦੇ, ਕਿ ਛਤਰੰਗ ਛਤਰੀ ਹੈ। ਇਹ ਅਕਾਲ ਪੁਰਖ ਜੀ ਆਪ ਜੀ ਛਤਰ ਧਾਰੀਆਂ ਵਿੱਚੋਂ ਸਭ ਤੋਂ ਵੱਡੇ ਛਤਰ ਧਾਰੀ ਹੋ, ਕਿਉਂਕਿ ਆਪ ਜੀ ਦੀ ਬਾਦਸ਼ਾਹਤ ਜਿਹੜੀ ਹੈ, ਪਾਤਸ਼ਾਹੀ ਜਿਹੜੀ ਹੈ, ਇਹ ਹਮੇਸ਼ਾ ਚੱਲਦੀ ਹੈ। ਦੁਨਿਆਵੀ ਰਾਜੇ ਜਿਹੜੇ ਨੇ ਇਹ ਤਾਂ ਥੋੜੇ ਚਿਰ ਵਾਸਤੇ ਨੇ। ਪਾਤਸ਼ਾਹੋ ਛਤਰ ਸਿਰ ਸੂ, ਨਾਨਕ ਦੂਸਰ ਅਵਰ ਨਾ ਕੋ। ਉਹਦੇ ਵਰਗਾ ਹੋਰ ਕੋਈ ਪਾਤਸ਼ਾਹ ਨਹੀਂ। ਤਾਂ ਆਪ ਜੀ ਤਾਂ ਛਤਰੀਆਂ ਦੇ ਵੀ ਛਤਰੀ ਹੋ ਕਿ ਬ੍ਰਹਮੰ ਸਰੂਪੈ। ਉਹ ਜੋ ਵਾਹਿਗੁਰੂ ਪਰਮੇਸ਼ਰ ਜੀ ਬ੍ਰਹਮ ਵਿਆਪਕ ਸਰੂਪ ਹਨ। ਬ੍ਰਹਮ ਕਹਿੰਦੇ ਜਿਹੜਾ ਹਰ ਥਾਂ ਤੇ ਫੈਲਿਆ ਹੋਵੇ। ਬ੍ਰਹਮ ਉਸ ਸਰੂਪ ਦਾ ਨਾਂ ਹੈ ਜਿਹੜਾ ਅਵਾਚ ਸਿਧਾਂਤ ਹੈ, ਜਿਹੜਾ ਮਨ ਬਾਣੀ ਦੀ ਪਹੁੰਚ ਤੋਂ ਪਰੇ ਹੈ। ਜਾਂ ਫਿਰ ਧਾਰਮਿਕ ਗ੍ਰੰਥਾਂ ਅੰਦਰ ਬੜਾ ਸੁੰਦਰ ਜ਼ਿਕਰ ਆਉਂਦਾ ਹੈ ਇਸ ਗੱਲ ਦਾ ਕਿ ਬ੍ਰਹਮ ਮੈਨੇ ਵਿਆਪਕ, ਹਰ ਜਗ੍ਹਾ ਤੇ ਪਰਮੇਸ਼ਰ ਨੂੰ ਦੇਖਣਾ, ਹਰ ਥਾਂ ਤੇ ਪਰਮੇਸ਼ਰ ਨੂੰ ਦੇਖਣਾ। ਸ਼ਾਸਤਰਾਂ ਦੇ ਵਿੱਚ ਤੇ ਸਵਾਲ ਕੀਤਾ ਗਿਆ ਹੈ ਕਿ ਹੇ ਵਾਹਿਗੁਰੂ ਪ੍ਰਮਾਤਮਾ ਜੀ, ਆਪ ਦੱਸੋ ਕਿ ਸੰਸਾਰ ਕੀ ਹੈ। ਕਿਸੇ ਸਾਧੂ ਨੂੰ ਨਹੀਂ ਪੁੱਛਿਆ, ਕਿਸੇ ਵਿਦਵਾਨ ਨੂੰ ਨਹੀਂ ਪੁੱਛਿਆ, ਪਰਮਾਤਮਾ ਨੂੰ ਪੁੱਛਿਆ ਗਿਆ ਵੀ ਤੁਹਾਡੀ ਨਿਗਾਹ 'ਚ ਸੰਸਾਰ ਕੀ ਹੈ। ਤਾਂ ਉਹ ਕੀ ਬੋਲੇ, ਮੱਤਾ ਪਰਤਰਮ ਨਾ ਅਨਿਯਤ ਕਿੰਚਿਤ ਅਸਤੀ। ਭਗਵਾਨ ਦੀ ਨਿਗਾਹ ਦੇ ਵਿੱਚ ਸੰਸਾਰ ਉਹਦੇ ਤੋਂ ਬਿਨਾ ਕੁਝ ਵੀ ਨਹੀਂ ਹੈ। ਪਰਮਾਤਮਾ ਦਾ ਰੂਪ ਹੀ ਇਹ ਸੰਸਾਰ ਬਣਿਆ ਗਿਆ ਹੈ। ਇਸ ਕਰਕੇ ਜਿਵੇਂ ਮਾਤਾ ਪਿਤਾ ਦੇ ਬੱਚੇ ਹੁੰਦੇ ਨੇ, ਇਸੇ ਤਰ੍ਹਾਂ ਸਾਰਾ ਸੰਸਾਰ ਜਿੰਨੇ ਜੀਵ ਨੇ, ਇਹ ਸਾਰੇ ਹੀ ਵਾਹਿਗੁਰੂ ਦੇ ਬੱਚੇ ਮੰਨੇ ਗਏ ਨੇ। ਤੇ ਕੋਈ ਮਾਂ ਪਿਓ ਇਸ ਤਰ੍ਹਾਂ ਚਾਹੁੰਦਾ ਹੈ ਵੀ ਇੱਕ ਬੱਚੇ ਦੇ ਕਰਮ ਚੰਗੇ ਹੋਣ ਤੇ ਦੂਜੇ ਦੇ ਮਾੜੇ ਹੋਣ, ਵੀ ਰੱਬ ਨੇ ਫਲਾਣੇ ਦੇ ਕਰਮ ਚੰਗੇ ਲਿਖਤੇ, ਦੂਜੇ ਦੇ ਮਾੜੇ ਲਿਖਤੇ। ਕਹਿੰਦੇ ਇਸ ਤਰ੍ਹਾਂ ਦੀ ਗੱਲ ਨਹੀਂ, ਕਰਮ ਬੰਦਾ ਆਪ ਕਰਦਾ ਹੈ। ਪਰਮਾਤਮਾ ਦੀ ਨਿਗਾਹ ਦੇ ਵਿੱਚ ਤਾਂ ਇਹ ਜੀਵ ਸਾਰੇ ਉਹਦੇ ਬੱਚਿਆਂ ਦੀ ਨਿਆਈ ਹਨ। ਏਕ ਪਿਤਾ ਏਕਸ ਕੇ ਹਮ ਬਾਰਿਕ, ਤੂੰ ਮੇਰਾ ਗੁਰਹਾਈ। ਤਾਂ ਸਾਰਾ ਸੰਸਾਰ ਹੀ ਉਹਦਾ ਰੂਪ ਮੰਨਿਆ ਜਾਂਦਾ ਹੈ। ਇਸੇ ਕਰਕੇ ਜਿਹੜਾ ਸੰਸਾਰ ਨੂੰ ਸੁੱਖ ਦੇਣਾ ਹੈ, ਜਿਹੜਾ ਦੂਜੇ ਬੰਦੇ ਨੂੰ ਸੁੱਖ ਦੇਣਾ ਹੈ, ਉਹ ਕਿਹਨੂੰ ਸੁੱਖ ਦੇਣਾ ਹੈ? ਉਹ ਕਿਹਨੂੰ ਸੁੱਖ ਪਹੁੰਚਾਉਣਾ ਹੈ? ਪਰਮਾਤਮਾ ਨੂੰ। ਜਿਹੜਾ ਦੂਜੇ ਨੂੰ ਦੁੱਖ ਦੇਣਾ ਹੈ, ਉਹ ਕਿਹਨੂੰ ਦੁੱਖ ਪਹੁੰਚਾਉਣਾ ਹੈ? ਪਿੱਛੇ ਕੌਣ ਹੈ ਉਹ ਸਰੀਰ ਦੇ? ਤਾਂ ਕਹਿੰਦੇ ਪਰਮਾਤਮਾ ਨੂੰ।
ਤਾਂ ਸੁਖਮਨੀ ਸਾਹਿਬ 'ਚ ਮਹਾਰਾਜ ਕਹਿੰਦੇ ਨੇ, ਜਦੋਂ ਮਨ ਦੇ ਵਿੱਚੋਂ ਸਾਰਾ ਭਰਮ ਖਤਮ ਹੋ ਜਾਂਦਾ ਹੈ ਤਾਂ ਫਿਰ ਸਾਰਾ ਸੰਸਾਰ ਹੀ ਪਰਮਾਤਮਾ ਦਾ ਰੂਪ ਨਜ਼ਰ ਆਉਣ ਲੱਗ ਪੈਂਦਾ। ਮਨ ਤੇ ਬਿਨਸੇ ਸਗਲਾ ਭਰਮ, ਕਰ ਪੂਜੈ ਸਗਲ ਪਾਰ ਬ੍ਰਹਮ। ਜਿਵੇਂ ਸ਼ਾਸਤਰਾਂ ਦੇ ਵਿੱਚ ਲਿਖਿਆ ਨਾ ਕਿ ਇਹ ਸੂਰਜ, ਇਹ ਚੰਦਰਮਾ, ਇਹ ਤਾਰੇ, ਇਹ ਧਰਤੀ, ਇਹ ਹਵਾ, ਇਹ ਪੌਣ, ਇਹ ਪਾਣੀ, ਇਹ ਪਹਾੜ, ਇਹ ਜੀਵ ਜੰਤੂ, ਸਾਰਿਆਂ ਨੂੰ ਮੇਰਾ ਸਰੂਪ ਜਾਣ ਕੇ ਅਨੰਨ ਭਾਵ ਦੇ ਨਾਲ ਨਮਸਕਾਰ ਕਰ। ਤਾਂ ਕੀ ਲਿਖਿਆ ਹੈ ਕਿ ਯਤ ਕਿੰਚ ਭੂਤਮ, ਜੋ ਵੀ ਤੈਨੂੰ ਦੇਖਦਾ ਹੈ, ਪ੍ਰਣਮੇਦ ਅਨੰਨਿਆ, ਸਭ ਨੂੰ ਅਨੰਨ ਭਾਵ ਦੇ ਨਾਲ ਨਮਸਕਾਰ ਕਰ। ਤਾਂ ਜਦੋਂ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਭਰਮ ਕਿਸੇ ਦਾ ਨਿਕਲ ਜਾਂਦਾ ਹੈ ਤਾਂ ਫਿਰ ਕਰ ਪੂਜੈ ਸਗਲ ਪਾਰ ਬ੍ਰਹਮ। ਉਹਦੀ ਨਿਗਾਹ ਦੇ ਵਿੱਚ ਸਾਰਾ ਸੰਸਾਰ ਜਿਹੜਾ ਹੈ ਉਹ ਪਰਮਾਤਮਾ ਦਾ ਸਰੂਪ ਜਿਹੜਾ ਹੈ ਬਣ ਜਾਂਦਾ ਹੈ। ਉਹ ਜਿੱਥੇ ਵੀ ਖਲੋਤਾ ਹੈ, ਜਿੱਥੇ ਵੀ ਬੈਠਾ ਹੈ, ਉਹ ਪਰਮਾਤਮਾ ਦੇ ਸਾਹਮਣੇ ਹੀ ਖਲੋਤਾ ਹੈ, ਪਰਮਾਤਮਾ ਦੇ ਸਾਹਮਣੇ ਬੈਠਾ ਹੈ। ਕਿਉਂ? ਉਹਨੂੰ ਹਰ ਜਗ੍ਹਾ ਹੀ ਪਰਮਾਤਮਾ ਦਿਖਣ ਲੱਗ ਪੈਂਦਾ ਹੈ। ਜਾਂ ਧਾਰਮਿਕ ਗ੍ਰੰਥਾਂ ਦੇ ਵਿੱਚ ਬੜਾ ਸੁੰਦਰ ਆਉਂਦਾ ਹੈ, ਯੋ ਮਾਂ ਪਛਯਤੀ ਸਰਵੱਤਰ ਸਰਵਚਾ ਮਈ ਪਛਯਤੀ। ਜਿਹੜਾ ਮੈਨੂੰ ਸਾਰੀ ਦੁਨੀਆ ਵਿੱਚ ਦੇਖੂਗਾ, ਜਿਹੜਾ ਮੈਨੂੰ ਸਾਰੇ ਪ੍ਰਾਣੀਆਂ ਵਿੱਚ ਦੇਖੂਗਾ, ਉਹ ਤੋਂ ਮੈਂ ਕਦੀ ਓਹਲੇ ਨਹੀਂ ਤੇ ਉਹ ਕਦੀ ਮੇਰੇ ਤੋਂ ਓਹਲੇ ਨਹੀਂ। ਮੈਂ ਉਹ ਤੋਂ ਨਹੀਂ ਕਦੀ ਲੁਕੂੰਗਾ, ਪਰਮਾਤਮਾ ਕਹਿੰਦਾ, ਤੇ ਉਹ ਮੇਰੇ ਤੋਂ ਕਦੀ ਓਹਲੇ ਨਹੀਂ ਹੋਊਗਾ, ਨਹੀਂ ਲੁਕੇਗਾ। ਤਾਂ ਇਹਨੂੰ ਕਹਿੰਦੇ ਬ੍ਰਹਮ ਸਰੂਪ। ਹਰ ਜਗ੍ਹਾ ਪਰਮਾਤਮਾ ਦੀ ਜੋਤ ਦੇਖਣੀ, ਪਰਮਾਤਮਾ ਵਾਹਿਗੁਰੂ ਜੀ ਦੇ ਦਰਸ਼ਨ ਕਰਨੇ। ਤਾਂ ਇਸ ਕਰਕੇ ਮਹਾਰਾਜ ਜੀ ਕਹਿੰਦੇ ਹਨ ਕਿ ਉਹ ਵਿਆਪਕ ਸਰੂਪ ਹੈ। ਹਰ ਥਾਂ ਤੇ ਵਾਹਿਗੁਰੂ ਪਰਮੇਸ਼ਰ ਜੀ ਹਾਜ਼ਰ ਹਨ। ਕਿ ਅਨਭਉ ਅਨੂਪੈ। ਅਨਭਉ ਕਹਿੰਦੇ ਨੇ ਗਿਆਨ ਨੂੰ। ਉਹ ਜੋ ਅਕਾਲ ਪੁਰਖ ਵਾਹਿਗੁਰੂ ਜੀ ਦਾ ਅਨਭਉ ਗਿਆਨ ਹੈ, ਉਹ ਅਨੂਪੇ ਉਪਮਾ ਤੋਂ ਰਹਿਤ ਹੈ। ਉਹਦਾ ਕੋਈ ਮੁੱਲ ਨਹੀਂ ਦਿੱਤਾ ਜਾ ਸਕਦਾ। ਵਾਹਿਗੁਰੂ ਪਰਮੇਸ਼ਰ ਜੀ ਦਾ ਜਿਹੜਾ ਗਿਆਨ ਹੈ, ਆਤਮ ਸਰੂਪ ਗਿਆਨ, ਇਹ ਤਾਂ ਮਹਾਰਾਜ ਦੀ ਕਿਰਪਾ ਦੇ ਨਾਲ ਹੀ ਪ੍ਰਾਪਤ ਹੁੰਦਾ ਹੈ। ਹੋਰ ਉਹਦੀ ਕੋਈ ਵੀ, ਉਸ ਦਾ ਕੋਈ ਮੁੱਲ ਨਹੀਂ, ਅਮੋਲਕ ਵਸਤੂ ਉਹਨੂੰ ਮੰਨਿਆ ਗਿਆ ਹੈ। ਉਦਾਹਰਣ ਦੇ ਤੌਰ ਤੇ ਆਤਮ ਸਰੂਪ ਦਾ ਗਿਆਨ ਕਿਸ ਤਰ੍ਹਾਂ ਹੁੰਦਾ ਹੈ? ਤਾਂ ਧਾਰਮਿਕ ਗ੍ਰੰਥ ਕਹਿੰਦੇ ਵੀ ਸਭ ਤੋਂ ਸੌਖਾ ਸਿਧਾਂਤ ਇਹ ਹੈ ਕਿ ਸਭ ਤੋਂ ਵੱਧ ਪ੍ਰੇਮ ਬੰਦਾ ਆਪਣੇ ਆਪ ਨੂੰ ਕਰਦਾ ਹੈ। ਆਪਣਾ ਆਪ ਮੈਨੇ ਆਤਮਾ ਨੂੰ ਕਰਦਾ ਹੈ। ਹੋਂਦ ਕਹਿ ਲਓ, ਆਤਮਾ ਕਹਿ ਲਓ। ਵੈਸੇ ਤਾਂ ਆਤਮਾ ਦਾ ਸਿੱਧਾ ਕਿਸੇ ਨੂੰ ਗਿਆਨ ਨਹੀਂ ਹੁੰਦਾ। ਨਾ ਹੀ ਆਤਮਾ ਕਿਹੜਾ ਵੀ ਜਿਵੇਂ ਨਬਜ ਚੱਲਦੀ ਆ ਇੱਦਾਂ ਸ਼ਾਇਦ ਰੜਕਦੀ ਹੋਵੇ ਸਰੀਰ 'ਚ, ਇੱਦਾਂ ਵੀ ਨਹੀਂ ਆਤਮਾ ਦਾ ਸਰੀਰ ਦੇ ਵਿੱਚ ਗਿਆਨ ਹੁੰਦਾ। ਜਾਂ ਜਿਵੇਂ ਸਵਾਸ ਚੱਲਦੇ ਨੇ ਇੱਦਾਂ ਸ਼ਾਇਦ ਕੋਈ ਅੰਦਰ ਚੀਜ਼ ਚੱਲਦੀ ਪਈ ਹੋਵੇ, ਇੱਦਾਂ ਵੀ ਵਾਹਿਗੁਰੂ ਦੀ ਜਿਹੜੀ ਜੋਤ ਆ, ਸਭ ਮਹਿ ਜੋਤ ਜੋਤ ਹੈ ਸੋਈ, ਜਿਹਨੂੰ ਆਤਮਾ ਕਹਿ ਦਿੰਦੇ, ਇੱਦਾਂ ਵੀ ਨਹੀਂ ਉਹਦਾ ਕੋਈ ਗਿਆਨ ਹੁੰਦਾ। ਗਿਆਨ ਦੇ ਵਿੱਚ ਤਾਂ, ਸਮਝ ਦੇ ਵਿੱਚ ਤਾਂ ਸਿਰਫ 5 ਕੋਸ਼ ਹੀ ਆਉਂਦੇ ਆ। ਜਿਹੜਾ ਬਾਹਰ ਚਮੜੇ ਦਾ ਸਰੀਰ, ਇਹਨੂੰ ਅੰਨਮੈ ਕੋਸ਼ ਕਹਿ ਦਿੰਦੇ। ਪੜਦਾ ਆਤਮਾ ਉੱਤੇ 5 ਪੜਦੇ ਮੰਨੇ ਗਏ ਆ ਨਾ, ਜਿਹੜੇ ਆਤਮਾ ਦੇ ਮਿਲਾਪ ਦੇ ਵਿੱਚ ਵਿਘਨ ਪਾਉਂਦੇ। ਬਾਹਰਲਾ ਜਿਹੜਾ ਚੰਮ ਦਾ ਸਰੀਰ ਆ, ਚਮੜੇ ਤੋਂ ਬਣਿਆ, ਇਹਨੂੰ ਕੀ ਕਹਿ ਦਿੰਦੇ? ਸਰੀਰ ਨੂੰ ਅੰਨਮੈ ਕੋਸ਼। ਹੁਣ ਮੰਨ ਲਓ ਬਾਂਹ ਨੂੰ ਲਕਵਾ ਹੋ ਗਿਆ, ਤਾਂ ਬਾਂਹ ਦੀ ਕਿਰਿਆ ਬੰਦ ਹੋ ਗਈ। ਤਾਂ ਉਹ ਜਿਹੜੀ ਕਿਰਿਆ ਵਾ ਨਾ, ਜਿਹੜੀ ਬਾਂਹ ਨੂੰ ਹਿਲਾਉਂਦੀ ਆ, ਉਹਨੂੰ ਕੀ ਕਹਿ ਦਿੰਦੇ? ਪ੍ਰਾਣਮੈ ਕੋਸ਼। ਕਿਉਂ? ਪ੍ਰਾਣ ਨਾਮ ਕਿਰਿਆ ਦਾ ਹੈ। ਸੌਖੇ ਸ਼ਬਦਾਂ 'ਚ ਆਪਾਂ ਕਹਿ ਦਿੰਦੇ ਬੰਦੇ ਦੀ ਜਾਨ, ਪਰ ਵਿਦਵਾਨਾਂ ਮੁਤਾਬਕ ਜਾਨ ਅਰਥ ਨਹੀਂ ਪ੍ਰਮੁੱਖ, ਪ੍ਰਾਣ ਨਾਮ ਕਿਰਿਆ ਦਾ। ਹੁਣ ਸਵਾਸ ਚੱਲਦੇ ਨੇ, ਆਉਂਦਾ ਹੈ ਜਾਂਦਾ, ਇਹ ਕੀ ਕਿਰਿਆ ਹੋ ਗਈ।
ਤਾਂ ਹੱਥ ਪੈਰ ਜਿਹੜੇ ਹਿਲਦੇ ਨੇ, ਸਾਡੇ ਅੱਖਾਂ ਝਮਕਦੀਆਂ ਨੇ, ਹੱਥ ਪੈਰ ਹਿਲਦੇ ਨੇ, ਤੁਰਦੇ ਨੇ, ਫੜਦੇ ਨੇ, ਸਰੀਰ ਵਿੰਗਾ ਟੇਢਾ ਪੁੱਠਾ ਸਿੱਧਾ ਹੁੰਦਾ ਹੈ, ਛਾਲਾਂ ਮਾਰਦਾ ਕੁੱਦਦਾ ਹੈ, ਇਹ ਸਾਰਾ ਪ੍ਰਾਣਮੈ ਕੋਸ਼ ਹੈ। ਹੁਣ ਜਿਹੜਾ ਤੀਸਰੀ ਇੱਛਾ ਪੈਦਾ ਹੋਈ ਵੀਰ ਮੇਰਾ ਹੱਥ ਕਿਉਂ ਨਹੀਂ ਹਿਲਦਾ, ਜਿਹੜੀ ਇੱਛਾ ਵਾ ਇਹ ਮਨੋਮੈ ਕੋਸ਼ ਹੈ। ਇੱਛਾ ਤੇ ਫਿਰ ਹਜ਼ਾਰਾਂ ਹੀ ਆ ਬੰਦੇ ਦੀਆਂ, ਉਹਦੇ ਵਿੱਚੋਂ ਇੱਕ ਇੱਛਾ ਚੁੱਕ ਲਈ ਵੀ ਮੈਂ ਹੱਥ ਹਿਲਾਵਾਂ ਜਾਂ ਉਹ ਚੀਜ਼ ਫੜਾਂ, ਤਾਂ ਉਹ ਕੀ ਹੋ ਗਿਆ, ਅਭਿਮਾਨੀ ਵਿਗਿਆਨਮੈ ਕੋਸ਼। ਜਿਹੜਾ ਕਹਿੰਦਾ ਵੀ ਮੈਂ ਹੁਣ ਤੁਰ ਕੇ ਉੱਥੇ ਜਾਵਾਂ, ਮੈਂ ਪੱਗ ਬੰਨ੍ਹ ਲਾਂ, ਮੈਂ ਸੌਂ ਲਾਂ ਘੜੀ, ਉਹ ਕੀ ਹੋ ਗਈ, ਬੁੱਧੀ ਵਿਗਿਆਨਮੈ ਕੋਸ਼। ਤੇ ਜਦੋਂ ਗੂੜੀ ਨੀਂਦ 'ਚ ਬੰਦਾ ਸੌਂ ਜਾਂਦਾ ਹੈ, ਜਾਂ ਫਿਰ ਜਿਹੜਾ ਪੱਗ ਬੰਨਿਆ, ਹੱਥ ਹਿਲਾਇਆ, ਕੱਪੜੇ ਪਾਇਆ ਵੀ ਮੈਂ ਕੱਪੜੇ ਪਾ ਲਾਂ, ਮੈਂ ਜਲੇਬ ਖਾ ਲਾਂ, ਉਹ ਜਿਹੜਾ ਸਵਾਦ ਆਇਆ ਉਹ ਕੀ ਆ, ਸੁੱਖ, ਉਹ ਕੀ ਆ, ਆਨੰਦਮੈ ਕੋਸ਼, ਪੰਜਵਾਂ ਕੋਸ਼। ਪਰ ਉਹ ਵੀ ਭੁਲੇਖਾ ਹੀ ਆ, ਉਹ ਵੀ ਧੋਖਾ ਹੀ ਆ। ਕਿਉਂ, ਜਿਹੜਾ ਖਾਣ ਦਾ ਸਵਾਦ ਜਾਂ ਸੋਹਣੇ ਕੱਪੜਿਆਂ ਦਾ ਸਵਾਦ ਉਹ ਹਮੇਸ਼ਾ ਤੇ ਰਹਿਣਾ ਨਹੀਂ, ਤੇ ਜੋਤ ਜਿਹੜੀ ਆ ਉਹਦਾ ਸਵਾਦ ਹਮੇਸ਼ਾ ਰਹਿੰਦਾ। ਇਸ ਕਰਕੇ ਉਹ ਜਿਹੜਾ ਆਨੰਦ ਆ ਰਿਹਾ ਨਾ ਬਾਹਰ ਦੁਨੀਆ ਤੋਂ, ਇਹ ਵੀ ਕਹਿੰਦੇ ਪੜਦਾ ਹੀ ਆ, ਪਰ ਹੈ ਬੜਾ ਅਖੀਰਲਾ, ਇਹਨੂੰ ਟੱਪਣਾ ਔਖਾ। ਤਾਂ ਇਸ ਕਰਕੇ ਪੰਜ ਕੋਸ਼ ਹੀ ਤਜਰਬੇ 'ਚ ਆਉਂਦੇ ਨੇ, ਅਨੁਭਵ 'ਚ ਆਉਂਦੇ ਨੇ। ਆਤਮਾ ਤੇ ਕਦੀ ਰੜਕਦੀ ਨਹੀਂ ਵੇਖੀ, ਸਾਹਾਂ ਵਾਂਗ ਕਦੀ ਆਉਂਦੀ ਜਾਂਦੀ ਨਹੀਂ ਵੇਖੀ, ਦਿਲ ਵਾਂਗ ਕਦੀ ਧੜਕਦੀ ਨਹੀਂ ਵੇਖੀ, ਪਤਾ ਨਹੀਂ ਕਿੱਥੇ ਬੈਠੀ ਸਰੀਰ 'ਚ। ਤਾਂ ਆਤਮਾ ਦਾ ਗਿਆਨ ਕਰਾਉਣ ਵਾਸਤੇ ਫਿਰ ਮਹਾਤਮਾ ਲੋਕਾਂ ਨੇ, ਵਿਦਵਾਨ ਲੋਕਾਂ ਨੇ ਯੁਗਤੀ ਕੱਢੀ। ਯੁਗਤੀ ਕੀ ਕੱਢੀ, ਵੀ ਜਿਹੜਾ ਸਭ ਤੋਂ ਵੱਧ ਪਿਆਰਾ ਵਾ ਉਹ ਸਾਡੀ ਆਤਮਾ ਵਾ। ਸਰੀਰ ਦੇ ਵਿੱਚ ਦੇਖੋ ਵੀ ਸਭ ਤੋਂ ਵੱਧ ਪਿਆਰੀ ਚੀਜ਼ ਕੀ ਹੈ। ਤਾਂ ਕਹਿੰਦੇ ਜਦੋਂ ਬੰਦਾ ਜਾਗਦਾ ਵਾ, ਜਾਗਰਤ ਅਵਸਥਾ ਵਿੱਚ, ਜਿਵੇਂ ਹੁਣ ਦਿਨ ਦਾ ਟਾਈਮ ਆਪਣੇ ਆਪਾਂ ਜਾਗਦੇ ਪਏ ਆ ਸਾਰੇ, ਤਾਂ ਜਾਗਦਿਆਂ ਸਾਨੂੰ ਸਭ ਤੋਂ ਵੱਧ ਪਿਆਰਾ ਕੀ ਹੁੰਦਾ, ਤਾਂ ਕਹਿੰਦੇ ਦਰਵ। ਸਭ ਤੋਂ ਵੱਧ ਪਿਆਰਾ ਕੀ ਹੁੰਦਾ, ਦਰਵ। ਦਰਵ ਮੈਨੇ ਮਾਇਆ, ਪਦਾਰਥ, ਪੈਸਾ, ਦੁਨੀਆ ਦੀਆਂ ਵਸਤੂਆਂ। ਇਸ ਪਦਾਰਥ ਬਦਲੇ, ਦਰਵ ਬਦਲੇ, ਪੈਸਾ ਕਹਿ ਲਓ, ਦਰਵ ਕਹਿ ਲਓ, ਇਹਦੇ ਬਦਲੇ ਫਿਰ ਕਈ ਮਾੜੇ ਕੰਮ, ਜੇ ਚੰਗੇ ਕੰਮ ਨਾਲ ਨਹੀਂ ਆਇਆ, ਕਿਉਂ ਸਭ ਤੋਂ ਵੱਧ ਪਿਆਰਾ ਬੰਦੇ ਨੂੰ ਜਾਗਦਿਆਂ ਕੀ ਆ, ਪੈਸਾ। ਤਾਂ ਫਿਰ ਬਹੁ ਪਰਪੰਚ ਕਰ ਪਰ ਧਨ ਲਿਆਵੇ, ਸੁਧਾਰਾ ਪਿਆਨ ਲੁਟਾਵੇ। ਫਿਰ ਇਹ ਹਾਲਾਤ ਬਣਦੇ ਕਿ ਨਹੀਂ ਬਣਦੇ। ਅੱਛਾ, ਪੈਸੇ ਤੋਂ ਵੱਧ ਪਿਆਰਾ ਕੀ ਆ, ਦਰਵ ਤੋਂ ਵੱਧ ਪਿਆਰਾ ਕੀ ਆ, ਤਾਂ ਕਹਿੰਦੇ ਦਰਵ ਤੋਂ ਵੱਧ ਪਿਆਰਾ ਹੈ ਬੰਦੇ ਨੂੰ ਆਪਣਾ ਪੁੱਤਰ, ਧੀਆਂ ਪੁੱਤਰ। ਕਿਉਂ, ਪੁੱਤ ਕੋਈ ਗਲਤੀ ਕਰਕੇ ਪਰਚਾ ਹੋ ਜੇ, ਜੇਲ੍ਹ 'ਚ ਚਲ ਜੇ, ਤਾਂ ਉਹ ਜਿੰਨਾ ਪੈਸਾ ਫਿਰ ਉਹਦੇ ਉੱਤੇ ਲਾ ਕੇ ਉਹਨੂੰ ਕੱਢ ਕੇ ਲਿਆਉਂਦਾ ਵਾ। ਹਰ ਯਤਨ ਕਰਕੇ ਜ਼ਮੀਨ ਵੇਚਣੀ ਪੈ ਜੇ ਵੇਚੂਗਾ। ਤਾਂ ਇਹਦਾ ਮਤਲਬ ਕੀ, ਵੀ ਬੰਦੇ ਨੂੰ ਪੈਸੇ ਤੋਂ ਵੀ ਵੱਧ ਪਿਆਰਾ ਕੁਝ ਹੈ। ਉਹ ਕੀ ਹੈ, ਆਪਣਾ ਪਰਿਵਾਰ, ਆਪਣੀ ਔਲਾਦ। ਪੁਰਾਣੇ ਸਮੇਂ ਦੇ ਵਿੱਚ ਦੇਖਿਆ ਗਿਆ ਹੈ ਕਿ ਔਲਾਦ ਤੋਂ ਵੱਧ ਵੀ ਹੋਰ ਕੁਝ ਪਿਆਰਾ ਹੈ। ਉਹ ਕੀ ਹੈ, ਔਲਾਦ ਤੋਂ ਵੱਧ ਪਿਆਰਾ ਕੀ ਹੈ, ਤਾਂ ਕਹਿੰਦੇ ਬੰਦੇ ਨੂੰ ਆਪਣਾ ਸਰੀਰ। ਇਸ ਕਰਕੇ ਆ ਜਿਹੜੇ ਕਹਿੰਦੇ ਨਾ ਵੀ ਮੈਂ ਤੈਨੂੰ ਪੁੱਤਾਂ ਵਾਂਗ ਪਿਆਰ ਕਰਦਾ, ਇਹ ਸਭ ਤੋਂ ਵੱਡਾ ਗੱਪ, ਸਭ ਤੋਂ ਵੱਡਾ ਝੂਠ। ਵੀ ਮੇਰਾ ਤੇਰੇ ਨਾਲ 7 ਜਨਮਾਂ ਦਾ ਪਿਆਰ, ਮੈਂ ਤੇ ਤੇਰੇ ਤੋਂ ਬਿਨਾ ਮਰ ਜੂੰਗਾ, ਇਹ ਸਭ ਤੋਂ ਵੱਡਾ ਝੂਠ ਹੈ। ਤਾਂ ਬੰਦੇ ਨੂੰ ਸਭ ਤੋਂ ਵੱਧ ਪਿਆਰਾ ਪੁੱਤ ਤੋਂ ਬਾਅਦ, ਧੀ ਤੋਂ ਬਾਅਦ ਕੀ ਹੈ, ਆਪਣਾ ਸਰੀਰ। ਉਹ ਕਿਸ ਤਰ੍ਹਾਂ, ਪੁਰਾਣੇ ਸਮੇਂ ਜਦੋਂ ਇੱਥੇ ਹਿੰਦੁਸਤਾਨ 'ਚ ਕਾਲ ਪਿਆ ਨਾ, ਤਾਂ ਫਿਰ ਆਪਣੇ ਸਰੀਰ ਨੂੰ ਪਾਲਣ ਵਾਸਤੇ ਮਾਂ ਪਿਓ ਨੇ ਫਿਰ ਆਪਣੇ ਬੱਚੇ ਵੀ ਵੇਚ ਦਿੱਤੇ। ਉਹਨੂੰ ਵੇਚਤਾ ਵੀ ਉਹ ਤਗੜੇ ਘਰ ਨੌਕਰੀ ਕਰੂਗਾ ਤੇ ਮਰਨੋਂ ਬਚੂਗਾ,
ਉਹਦੇ ਵੰਡੇ ਫਿਰ 500 ਸੋਨੇ ਦੀ ਮੋਹਰ, 1000 ਸੋਨੇ ਦੀ ਮੋਹਰ ਲੈ ਲਈ ਵੀ ਕਾਲ ਪੈ ਗਿਆ, ਅਸੀਂ ਭੁੱਖੇ ਨਾ ਮਰ ਜੀ। ਬੱਚੇ ਵੀ ਲੋਕਾਂ ਨੇ ਵਿੱਚ। ਪਹਿਲਾਂ ਦੁੱਖ ਜ਼ਿਆਦਾ ਹੁੰਦਾ ਹੈ, ਹਰ ਵਸਤੂ ਦਾ ਦੁੱਖ ਜਿਹੜਾ ਨਾ ਉਹ ਪਹਿਲਾਂ ਹੀ ਜ਼ਿਆਦਾ ਹੁੰਦਾ ਹੈ। ਪਹਿਲੀ ਸੱਟ ਜਿਹੜਾ ਸਹਿ ਗਿਆ, ਬਾਅਦ ਦੇ ਵਿੱਚ ਕੁਛ ਨਹੀਂ। ਜਦੋਂ ਇੱਥੇ ਹਿੰਦੁਸਤਾਨ 'ਚ ਪਲੇਗ ਪਈ ਨਾ, ਤਾਂ ਇੱਕ ਮਹਾਂਪੁਰਸ਼ ਆਪਣੇ ਸਵਾਮੀ ਅਖੰਡਾਨੰਦ ਜੀ ਉਹ ਦੱਸਦੇ ਨੇ, ਉਹ ਕਹਿੰਦੇ ਜਦੋਂ ਪਹਿਲੀਆਂ ਮੌਤਾਂ ਆਈਆਂ ਇੱਕ ਵਾਰੀ ਤੇ ਫਿਰ ਹਿੱਲ ਗਈ ਦੁਨੀਆ ਸਾਰੀ। ਉਹ ਬਾਅਦ ਦੇ ਵਿੱਚ ਪਲੇਗ ਦੇ ਨਾਲ ਪਿੰਡਾਂ ਦੇ ਪਿੰਡ ਹੀ ਮਰੇ ਫਿਰ ਹਿੰਦੁਸਤਾਨ 'ਚ। ਤਾਂ ਫਿਰ ਤਾਂ ਕਹਿੰਦੇ ਆਮ ਜੀ ਗੱਲ ਹੀ ਹੋ ਗਈ ਸੀ ਵੀ 15-20 ਲਾਸ਼ਾਂ ਪਈਆਂ ਹੋਣੀਆਂ ਤੇ ਬੰਦਿਆਂ ਨੇ, ਪਿੰਡ ਵਾਲੇ ਸੱਜਣਾ ਨੇ ਕਹਿਣਾ ਚੰਗਾ ਪਹਿਲਾਂ ਰੋਟੀ ਖਾ ਲਈਏ ਫਿਰ ਫੂਕ ਲਾਂਗੇ ਨਾ। ਆਮ ਜਿਹਾ ਹੀ ਹੋ ਗਿਆ ਸੀ ਕੰਮ। ਤਾਂ ਹਰ ਚੀਜ਼ ਦਾ ਦੁੱਖ ਜਾਂ ਭਾਰ ਇਹ ਪਹਿਲੀ ਵਾਰੀ ਦਾ ਹੀ ਹੁੰਦਾ ਹੈ, ਬਾਅਦ ਦੇ ਵਿੱਚ ਉਹ ਆਮ ਜਿਹਾ ਹੀ ਹੋ ਜਾਂਦਾ ਹੈ, ਕੁਝ ਵੀ ਹੋਵੇ ਭਾਵੇਂ। ਤਾਂ ਉਹ ਫਿਰ ਪੁੱਤਰਾਂ ਤੋਂ ਵੀ ਵੱਧ ਬੰਦੇ ਨੂੰ ਕੀ ਪਿਆਰਾ ਹੈ? ਆਪਣਾ ਸਰੀਰ। ਚੌਥਾ, ਸਰੀਰ ਨਾਲੋਂ ਵੀ ਪਿਆਰਾ ਕੀ ਹੈ? ਤਾਂ ਕਹਿੰਦੇ ਵੀ ਸਰੀਰ ਨਾਲੋਂ ਵੀ ਪਿਆਰਾ ਬੰਦੇ ਨੂੰ ਆਪਣੀਆਂ ਇੰਦਰੀਆਂ ਨੇ। ਕਿਉਂ? ਕੋਈ ਮਾਰਨ ਆਵੇ ਤਾਂ ਆਪਦਾ ਮੂੰਹ ਲੁਕੋ ਲੈਂਦਾ ਨਾ। ਹੋਰ ਤਾਂ ਹੋਰ ਛੱਡੋ, ਆ ਸਕੂਲਾਂ ਦੇ ਵਿੱਚ ਜੇ ਕੋਈ ਮੈਡਮ ਮੂੰਹ ਤੇ ਚਪੇੜ ਮਾਰ ਲੱਗੇ, ਬਾਹਰਲੇ ਸਕੂਲਾਂ 'ਚ ਤੇ ਚਲੋ ਮਾਰਦੇ ਹੀ ਨਹੀਂ ਹੋਣੇ, ਇੱਧਰ ਆਪਣੇ ਇੰਡੀਆ 'ਚ ਅਜੇ ਵੀ ਕੁੱਟ ਕੱਟ ਲੈਂਦੇ ਚੋਰੀ। ਜੇ ਕੋਈ ਮੈਡਮ ਮੂੰਹ ਤੇ ਚਪੇੜ ਮਾਰਨ ਲੱਗੇ ਤੇ ਪਤਾ ਕੀ ਕਹਿੰਦਾ ਦਾ? ਮੂੰਹ ਤੇ ਨਾ ਮਾਰੀ, ਢੂਈ ਤੇ ਮਾਰਦੇ, ਪਿੱਠ ਤੇ ਮਾਰਦੇ। ਬੰਦਾ ਪੁੱਛੇ ਵੀ ਮੂੰਹ ਗਵਾਂਢੀਆਂ ਦਾ ਤੇ ਢੂਈ ਤੇਰੀ, ਜਾਂ ਢੂਈ ਗਵਾਂਢੀਆਂ ਦੀ, ਪਿੱਠ ਗਵਾਂਢੀਆਂ ਦੀ ਤੇ ਮੂੰਹ ਤੇਰਾ। ਭਾਵ ਬੰਦੇ ਨੂੰ ਆਪਣੇ ਚਿਹਰੇ ਨਾਲ ਜ਼ਿਆਦਾ ਪ੍ਰੇਮ ਹੈ। ਚਿਹਰੇ ਤੇ ਕੀ ਆ? ਇੰਦਰੀਆਂ, ਅੱਖਾਂ, ਨੱਕ, ਰਸਨਾ, ਕੰਨ, ਜ਼ਿਆਦੀਆਂ ਇੰਦਰੀਆਂ ਜਿਹੜੀਆਂ ਨੇ ਸਾਰੇ ਸਰੀਰ ਨਾਲੋਂ ਵੱਧ ਕਿੱਥੇ ਆ? ਬੰਦੇ ਦੇ ਚਿਹਰੇ ਤੇ ਹੀ। ਕਿਉਂ ਜੀ? ਅੱਖ 'ਚ ਨੁਕਸ ਪੈ ਗਿਆ ਤੇ ਕੰਮ ਖਰਾਬ ਹੋ ਜਾਣਾ ਹੈ। ਪਿੱਠ ਦਾ ਕੀ ਹੈ? ਸਰ ਜਾਣਾ ਵਾ, ਉੱਥੇ ਕਿਹੜਾ ਕੋਈ ਇੰਦਰੀ ਹੈ? ਤਾਂ ਇਸ ਕਰਕੇ ਮਨੁੱਖ ਨੂੰ ਸਾਰੇ ਸਰੀਰ ਦੇ ਵਿੱਚੋਂ ਵੱਧ ਕੀ ਪਿਆਰਾ ਹੈ? ਇੰਦਰੀਆਂ। ਇੰਦਰੀਆਂ ਤੋਂ ਪਿਆਰਾ ਕੀ ਆ ਬੰਦੇ ਨੂੰ? ਪ੍ਰਾਣ, ਜਿਹਨੂੰ ਆਪਾਂ ਜਾਨ ਵੀ ਕਹਿ ਦਿੰਦੇ ਸੌਖੇ ਸ਼ਬਦਾਂ 'ਚ, ਕਿਰਿਆ ਸ਼ਕਤੀ ਜਾਨ। ਜਿਵੇਂ ਕਿਸੇ ਨੇ ਕੋਈ ਮਾੜਾ ਕਰਮ ਕੀਤਾ ਹੋਵੇ, ਰਾਜਾ ਹੁਕਮ ਦਿੰਦਾ ਹੈ ਕਿ ਇਹਦੀ ਜਾਨ ਲਈ ਜਾਵੇ, ਇਹਨੂੰ ਫਾਂਸੀ ਲਾਇਆ ਜਾਵੇ, ਇਹਨੂੰ ਕਤਲ ਕੀਤਾ ਜਾਵੇ। ਤਾਂ ਫਿਰ ਰਾਜੇ ਦੀ ਆਗਿਆ ਦੇ ਨਾਲ ਜਦੋਂ ਉਹਨੂੰ ਫਾਂਸੀ ਲਾਉਣ ਲੱਗਦੇ, ਸੂਲੀ ਚੜਾਉਣ ਲੱਗਦੇ, ਤਾਂ ਕਹਿੰਦਾ ਕਿ ਮੇਰਾ ਕੰਨ ਵੱਢ ਦਿਓ, ਨੱਕ ਵੱਢ ਦਿਓ, ਹੱਥ ਵੱਢ ਦਿਓ, ਪੈਰ ਵੱਢ ਦਿਓ, ਅੱਖ ਕੱਢ ਦਿਓ, ਪਰ ਵੇਖਿਓ ਮੈਨੂੰ ਜਾਨੋਂ ਨਾ ਮਾਰਿਓ। ਇਹਦਾ ਮਤਲਬ ਇੰਦਰੀਆਂ, ਅੱਖਾਂ, ਨੱਕ, ਕੰਨ ਇਹ ਬਹੁਤ ਪਿਆਰੇ ਨੇ। ਚਿਹਰਾ ਬੰਦੇ ਨੂੰ ਬਹੁਤ ਪਿਆਰਾ ਹੈ, ਹੱਥ ਪੈਰ ਬਹੁਤ ਪਿਆਰੇ ਨੇ, ਪਰ ਇਹਨਾਂ ਤੋਂ ਵੀ ਇੱਕ ਪਿਆਰੀ ਸ਼ੈ ਹੈ ਜੇ ਡੂੰਘੀ ਵਿਚਾਰ ਕਰੀਏ। ਉਹ ਕੀ ਹੈ? ਪ੍ਰਾਣ। ਉਹ ਕੀ ਹੈ? ਜਿੰਦ ਜਾਨ। ਤਾਂ ਪ੍ਰਾਣਾ ਤੋਂ ਵੱਧ ਕੀ ਪਿਆਰਾ ਹੈ? ਤਾਂ ਕਹਿੰਦੇ ਪ੍ਰਾਣਾ ਤੋਂ ਵੱਧ ਬੰਦੇ ਨੂੰ ਆਪਣੀ ਆਤਮਾ ਪਿਆਰੀ ਹੈ। ਅਸੀਂ ਤਾਂ ਅਜੇ ਤੱਕ ਇਹ ਸਮਝਦੇ ਰਹੇ ਵੀ ਜਾਨ ਗਈ ਤੇ ਸਭ ਕੁਝ ਗਿਆ। ਉਹ ਕਹਿੰਦੇ ਜਾਨ ਤੋਂ ਵੀ ਵੱਡੀ ਚੀਜ਼ ਕੀ ਹੈ? ਸਵਾਸਾਂ ਤੋਂ ਵੀ ਵੱਡੀ ਚੀਜ਼ ਕੀ ਹੈ? ਆਤਮਾ। ਪ੍ਰਾਣਾ ਤੋਂ ਵੀ ਵੱਡੀ ਚੀਜ਼ ਕੀ ਹੈ? ਆਤਮਾ। ਜੇ ਕਿਸੇ ਨੂੰ ਬਹੁਤੀ ਵੱਡੀ ਭੈੜੀ ਬਿਮਾਰੀ ਲੱਗ ਜੇ ਤਾਂ ਉਹ ਫਿਰ ਡਾਕਟਰ ਨੂੰ ਕੀ ਕਹਿੰਦਾ ਹੈ? ਪਰਿਵਾਰ ਨੂੰ ਕੀ ਕਹਿੰਦਾ ਹੈ? ਵੀ ਮੈਨੂੰ ਜ਼ਹਿਰ ਦਾ ਟੀਕਾ ਲਵਾ ਦਿਓ, ਇਹ ਦੁੱਖ ਮੇਰੇ ਤੋਂ ਜਰਿਆ ਨਹੀਂ ਜਾਂਦਾ ਤਾਂ ਕਿ ਮੈਂ ਸੌਖਾ ਹੋ ਜਾ। ਉਹ ਮਰਨ ਨੂੰ ਵੀ ਤਿਆਰ ਹੋ ਜਾਂਦਾ। ਤਾਂ ਸੌਖਾ ਹੋ ਜਾ, ਕਿਹਨੂੰ ਸੌਖਾ ਕਰਨਾ ਹੈ? ਉਹ ਕਿਹੜੀ ਚੀਜ਼ ਹੈ ਜਿਹਨੂੰ ਤੂੰ ਇਹ ਕਹਿੰਦਾ ਜ਼ਹਿਰ ਦਾ ਟੀਕਾ ਲਾ ਦਿਓ ਮੈਂ ਸੌਖਾ ਹੋ ਜਾ? ਉਹ ਕੀ ਆ? ਆਤਮਾ। ਤਾਂ ਇਹਨੂੰ ਕੀ ਕਹਿੰਦੇ ਨੇ? ਅਨੁਭਵ ਗਿਆਨ। ਇਹ ਗੁਰੂ ਦੀ ਕਿਰਪਾ ਦੇ ਨਾਲ ਹੁੰਦਾ ਹੈ, ਜਿਹਨੂੰ ਆਤਮਾ ਦਾ ਗਿਆਨ ਹੁੰਦਾ ਹੈ ਇਸ ਸਰੀਰ ਦੇ ਵਿੱਚ। ਤਾਂ ਇਹ ਜਿਹੜਾ ਗਿਆਨ ਹੈ ਇਹ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ। ਦਸਵੇਂ ਪਾਤਸ਼ਾਹ ਕਹਿੰਦੇ ਅਨੂਪੇ, ਇਹਦਾ ਕੋਈ ਮੁੱਲ ਨਹੀਂ ਦੇ ਸਕਦਾ ਵੀ ਤੁਸੀਂ ਪੈਸੇ ਦੇ ਕੇ ਆਤਮਾ ਦਾ ਗਿਆਨ ਲੈ ਲਓ।
ਜਿਵੇਂ ਕੋਈ ਸੱਜਣ ਸੀ ਨਾ, ਉਹਨਾਂ ਨੇ ਕਿਤੇ ਸੁਣਿਆ ਵੀ ਵਿਚਾਰ ਸਾਗਰ ਪੜ੍ਹਿਆਂ ਬ੍ਰਹਮ ਗਿਆਨ ਹੋ ਜਾਂਦਾ ਹੈ। ਤੇ ਜਿੱਦਾਂ ਦੇ ਸੰਸਕਾਰ ਪਾਏ ਹੁੰਦੇ ਨੇ, ਗਾਂ ਤੋਂ ਗਾਂ ਚੱਲੇ ਆਉਂਦੇ ਨੇ, ਤਾਂ ਉਹ ਸੰਸਕਾਰ ਹੀ ਐਸੇ ਪ੍ਰਬਲ ਵੀ ਹਰ ਗੱਲ 'ਚ ਵਿਦਾਂਤ, ਹਰ ਗੱਲ 'ਚ ਵਿਦਾਂਤ, ਹਰ ਗੱਲ 'ਚ ਵਿਦਾਂਤ। ਤਾਂ ਉਹਨੂੰ ਸੰਸਕਾਰ ਪੈ ਗਏ ਵੀ ਵਿਚਾਰ ਸਾਗਰ ਪੜ੍ਹਿਆਂ ਬਸ ਬੇੜਾ ਪਾਰ ਹੋ ਜਾਂਦਾ, ਜੀਵਨ ਮੁਕਤ ਹੋ ਜਾਈਦਾ ਹੈ। ਤਾਂ ਉਹਨੇ ਬੜੀ ਰੀਝ ਨਾਲ ਪੜ੍ਹਿਆ। ਫਿਰ ਜਿਹੋ ਜਿਹੇ ਸੰਸਕਾਰ ਪਾਏ ਹੁੰਦੇ ਗਾਂ ਤੋਂ ਗਾਂ ਬੜੀ ਰੀਝ ਲਾ ਕੇ ਪੜ੍ਹਿਆ। ਫਿਰ ਕਿਉਂ ਵਿਚਾਰ ਸਾਗਰ ਜਿਹੜਾ ਉਹ ਸੰਪੂਰਨ ਗ੍ਰੰਥ ਹੈ। ਤਾਂ ਪੜ੍ਹ ਕੇ ਕਹਿੰਦਾ ਦੇਖੀਏ ਤਾਂ ਸਹੀ ਬ੍ਰਹਮ ਗਿਆਨ ਹੋਇਆ ਕਿ ਨਹੀਂ। ਤਾਂ ਕੋਈ ਸੱਜਣ ਸੀ, ਉਹ ਕਹਿੰਦਾ ਦੇਖਣਾ ਦੁੱਖਣਾ ਕੀ ਆ, ਉਹ ਤੱਤਾ ਕੋਲਾ ਚੁੱਲ੍ਹੇ 'ਚੋਂ ਕੱਢ ਤੇ ਹੱਥ 'ਤੇ ਰੱਖ ਕੇ ਵੇਖ ਲਾ, ਜੇ ਚੀਕਾਂ ਨਿਕਲ ਗਈਆਂ ਤੇ ਅਜੇ ਵੀ ਸਰੀਰ ਆ, ਤੇ ਜੇ ਨਾ ਨਿਕਲੀਆਂ ਤੇ ਫਿਰ ਸਰੀਰ ਤੋਂ ਪਾਸੇ ਆ। ਇਹ 'ਚ ਕਿੱਡੀ ਗੱਲ ਹੈ ਕਿਤੇ। ਜਾਂ ਸਾਹਮਣੇ ਖਾਣ ਵਾਲੇ ਪਦਾਰਥ ਪਏ ਨੇ, ਜੇ ਜ਼ੁਬਾਨ ਤੇ ਪਾਣੀ ਆ ਗਿਆ ਤੇ ਫਿਰ ਅਜੇ ਸਰੀਰ 'ਚ ਹੀ ਆਪਾਂ, ਨਾ ਆਇਆ ਤੇ ਸਰੀਰ ਤੋਂ ਪਾਸੇ ਆ ਆਪਾਂ। ਇਹ ਕਿੱਡੀ ਗੱਲ ਹੈ, ਇਹ ਤਾਂ ਸੌਖਾ ਕੰਮ ਹੀ ਹੈ ਵੀ ਦੇਹ ਅਧਿਆਸ ਟੁੱਟ ਗਿਆ। ਤਾਂ ਉਹ ਕਹਿੰਦਾ ਨਾ ਭਰਾ, ਚਲੋ ਫਿਰ ਵੀ ਕਹਿਣ ਕੂਣ ਤੇ ਉਹਨੇ ਐਵੇਂ ਮਾੜਾ ਜਿਹਾ ਕਿਤੇ ਰੱਖ ਕੇ ਵੇਖਿਆ ਤੇ ਉਹ ਚੀਕਾਂ ਨਿਕਲ ਗਈਆਂ। 2 ਸਕਿੰਟ ਬਿਨਾਂ ਕੋਲਾ ਰੱਖਿਆ ਗਿਆ। ਕਹਿੰਦਾ ਪੜ੍ਹੇ ਤੇ ਬੜੀ ਮਿਹਨਤ ਨਾਲ ਸੀ, ਪਰ ਬ੍ਰਹਮ ਗਿਆਨ ਵਿਚਾਰ ਸਾਗਰ ਪੜ੍ਹਿਆ ਵੀ ਨਹੀਂ ਹੋਇਆ। ਤਾਂ ਮਹਾਤਮਾ ਲੋਕ ਕੀ ਕਹਿੰਦੇ ਨੇ, ਇਹ ਪੜ੍ਹਿਆ ਨਹੀਂ ਹੁੰਦਾ, ਇਹ ਗੁਰੂ ਦੀ ਕਿਰਪਾ ਨਾਲ ਹੁੰਦਾ ਹੈ। ਜੋ ਅਸੀਂ ਪੜ੍ਹਦੇ ਹਾਂ ਇਹਦੇ ਨਾਲ ਸਾਡੀ ਬੁੱਧੀ ਵਿਕਸਿਤ ਹੁੰਦੀ ਹੈ। ਤੇ ਜਦੋਂ ਗੁਰੂ ਦੀ ਕਿਰਪਾ ਹੋ ਜਾਂਦੀ, ਜੋ ਅਸੀਂ ਪੜ੍ਹਿਆ ਹੁੰਦਾ ਉਹ ਫਿਰ ਸਾਡੇ ਹਿਰਦੇ ਵਿੱਚ ਵਸ ਜਾਂਦਾ ਹੈ। ਤੇ ਜਦੋਂ ਉਹ ਵਸ ਜਾਂਦਾ ਹੈ ਫਿਰ ਸਿੱਖ ਦਾ ਬੇੜਾ ਪਾਰ ਹੋ ਜਾਂਦਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਨੇ ਕਿ ਇਹ ਜਿਹੜਾ ਅਨੁਭਵ ਆ ਨਾ, ਕਿ ਅਨੁਭਵ ਅਨੂਪ ਹੈ। ਇਹ ਅਨੂਪ ਉਪਮਾ ਤੋਂ ਰਹਿਤ, ਇਹਦੀ ਕੋਈ ਕੀਮਤ ਨਹੀਂ, ਇਹਦਾ ਕੋਈ ਮੁੱਲ ਨਹੀਂ। ਇਹ ਤਾਂ ਕੰਚਨ ਸਿਉ ਨਹੀਂ ਪਾਈਐ ਤੂਲ, ਮਨ ਦੇ ਰਾਮ ਲਿਆ ਹੈ ਮੋਲ। ਇਹ ਤਾਂ ਜਦੋਂ ਗੁਰੂ ਕਿਰਪਾ ਕਰਦੇ ਨੇ ਤਾਂ ਐਸੀ ਕਿਰਪਾ ਸਤਿਗੁਰੂ ਸੱਚੇ ਪਾਤਸ਼ਾਹ ਦੀ ਹੁੰਦੀ ਹੈ, ਤੇ ਫਿਰ ਕਿਤੇ ਜਾ ਕੇ ਗਿਆਨ ਦੀ ਜਿਹੜੀ ਹੈ ਉਹ ਪ੍ਰਾਪਤੀ ਹੋ ਜਾਂਦੀ ਹੈ। ਕਿ ਆਦ ਅਦੇਵ ਹੈ, ਉਹ ਵਾਹਿਗੁਰੂ ਪਰਮੇਸ਼ਰ ਸੱਚੇ ਪਾਤਸ਼ਾਹ ਜਿਹੜਾ ਆਦ, ਸਭਨਾ ਦੀ ਆਦ ਰੂਪ, ਸਭਨਾ ਦਾ ਮੁੱਢ, ਤੇ ਅਦੇਵ ਆ ਵਿਸ਼ੇਸ਼ ਕਰਕੇ ਸਭ ਨੂੰ ਖਾਣ ਪੀਣ ਦੇਣ ਵਾਲਾ। ਜਾਂ ਫਿਰ ਮਹਾਰਾਜ ਜੀ ਕੀ ਕਹਿੰਦੇ ਹਨ ਕਿ ਜਿਹੜਾ ਸਭਨਾ ਦਾ ਆਦ ਮੁੱਢ ਰੂਪ ਪਰਮੇਸ਼ਰ ਵਾਹਿਗੁਰੂ ਹੈ, ਉਹ ਅਦੇਵ, ਜਿੱਥੇ ਦੇਵ ਰੂਪ ਵੀ ਉਹ ਹੀ ਹੈ, ਕਿਉਂ ਸੰਸਾਰ ਦਾ ਮੁੱਢ ਹੈ, ਸੰਸਾਰ ਉਹਦੇ ਤੋਂ ਪੈਦਾ ਹੋਇਆ ਹੈ। ਉੱਥੇ ਅਦੇਵ ਰਾਖਸ਼ ਰੂਪ ਵੀ ਉਹ ਹੀ ਹੈ, ਕਿਉਂ ਜਿਵੇਂ ਘੜਾ ਮਿੱਟੀ ਤੋਂ ਬਣਿਆ ਤੇ ਉਹਦੇ ਵਿੱਚ ਕੀ ਹੈ, ਮਿੱਟੀ ਹੈ। ਜਦੋਂ ਸੰਸਾਰ ਸਾਰਾ ਬਣਿਆ ਹੀ ਉਹਦੇ ਤੋਂ ਹੈ, ਤੇ ਫਿਰ ਜੋ ਵੀ ਆ ਸੰਸਾਰ 'ਚ ਦੇਵਤੇ, ਦੈਂਤ, ਜਸ਼, ਗੰਧਰਵ, ਕਿੰਨਰ, ਜੀਵ ਜੰਤੂ, ਇਹ ਸਾਰਿਆਂ ਦੇ ਵਿੱਚ ਉਹ ਪਰਮੇਸ਼ਰ ਵਾਹਿਗੁਰੂ ਹੀ ਆਪ ਕਿਰਪਾ ਕਰਕੇ ਬੈਠਾ ਹੈ। ਜਾਂ ਫਿਰ ਮੁੱਖ ਅਰਥ ਮਹਾਂਪੁਰਸ਼ ਕਰਦੇ ਨੇ ਕਿ ਸਭਨਾ ਦਾ ਆਦ, ਸ਼ੁਰੂ ਤੋਂ, ਆਦ ਕਾਲ ਤੋਂ, ਆ ਵਿਸ਼ੇਸ਼ ਕਰਕੇ ਖਾਣ ਪੀਣ ਦੇਣ ਵਾਲਾ, ਭਰਨ ਪੋਸ਼ਣ ਕਰਨ ਵਾਲਾ, ਸਾਰਿਆਂ ਤੇ ਕਿਰਪਾ ਦ੍ਰਿਸ਼ਟੀ ਕਰਨ ਵਾਲਾ। ਧਾਰਮਿਕ ਗ੍ਰੰਥਾਂ ਦੇ ਵਿੱਚ ਮੋਹ ਦਾ ਬੜਾ ਸੁੰਦਰ ਅਰਥ ਕੀਤਾ ਗਿਆ ਹੈ। ਅਜੇ ਤੱਕ ਆਪਾਂ ਤਾਂ ਇਹ ਹੀ ਸਮਝਿਆ ਸੀ ਤੇ ਸੁਣਿਆ ਸੀ ਵੀ ਮੋਹ ਕਹਿੰਦੇ ਪਕੜ ਨੂੰ, ਪਰ ਧਾਰਮਿਕ ਗ੍ਰੰਥ ਕਹਿੰਦੇ ਮੋਹ ਨਾਮ ਪਕੜਦਾ ਠੀਕ ਹੈ। ਜੋ ਵੀ ਵਿਦਵਾਨ ਕਰਦੇ ਨੇ, ਸਤਿਪੁਰ ਕਰਦੇ ਨੇ, ਪਰ ਮੋਹ ਨਾਮ ਚਿੱਤ ਦੇ ਵਿਪਰੀਤ ਹੋਣ ਦਾ ਹੁੰਦਾ ਹੈ। ਜਦੋਂ ਸਾਡਾ ਚਿੱਤ ਬਦਲ ਜਾਂਦਾ ਹੈ, ਪਲਟ ਜਾਂਦਾ ਹੈ, ਉਹਨੂੰ ਕਹਿੰਦੇ ਮੋਹ। ਅਜੇ ਤੱਕ ਇਹ ਅਰਥ ਨਹੀਂ ਸੀ ਸੁਣਿਆ। ਸੰਸਕ੍ਰਿਤ ਦੇ ਵਿੱਚ ਮੋਹ ਦਾ ਅਰਥ ਕੀ ਹੈ? ਮੋਹ ਨਾਮ ਵੈ ਚਿੱਤਿਆ, ਜਦੋਂ ਸਾਡਾ ਚਿੱਤ ਵਿਪਰੀਤ ਹੋ ਜੇ, ਉਲਟ ਹੋ ਜੇ,
ਜਦੋਂ ਸਾਡਾ ਇਹਨੂੰ ਸੌਖੇ ਸ਼ਬਦਾਂ 'ਚ ਦਾਸ ਬੇਨਤੀ ਕਰੇ ਆਪ ਸੰਗਤ ਦੀ ਕਿਰਪਾ ਸਦਕਾ ਕਿ ਜਦੋਂ ਸਾਡਾ ਮਨ ਹੀ ਸਾਨੂੰ ਦੁੱਖ ਦੇਣ ਲੱਗ ਪਏ ਤਾਂ ਸਮਝੋ ਮੋਹ ਦੇ ਵਿੱਚ ਆ। ਜਦੋਂ ਸਾਡਾ ਮਨ ਹੀ ਸਾਨੂੰ ਦੁੱਖ ਦੇਣ ਲੱਗ ਪਏ ਤੇ ਸਮਝੋ ਮੋਹ ਦੇ ਵਿੱਚ। ਉਦਾਹਰਣ ਦੇ ਤੌਰ ਤੇ ਜਿਵੇਂ ਕੋਈ ਆਰਿਆ ਸਮਾਜੀ ਸੱਜਣ, ਹੁਣ ਜਿਹੜੇ ਆਰਿਆ ਸਮਾਜੀ ਆ ਨਾ, ਇਹ ਜਿਹੜੇ ਸੱਜਣ ਨੇ ਇਹ ਜੋਤਿਸ਼ ਨੂੰ ਨਹੀਂ ਮੰਨਦੇ, ਇਸ ਕਰਕੇ ਗ੍ਰਹਿਆਂ ਨੂੰ ਨਹੀਂ ਮੰਨਦੇ, ਮਹੂਰਤਾਂ ਨੂੰ ਨਹੀਂ ਮੰਨਦੇ, ਇਹ ਮੂਰਤੀ ਨੂੰ ਨਹੀਂ ਮੰਨਦੇ, ਇਹ ਸਿਰਫ ਵੈਦਿਕ ਰੀਤੀ ਨੂੰ ਮੰਨਦੇ ਆ, ਹਵਨ ਨੂੰ ਮੰਨਦੇ ਆ ਤੇ ਵੈਦਿਕ ਰੀਤੀ ਨੂੰ ਮੰਨਦੇ ਆ, ਬਸ ਬਾਕੀ ਕਿਸੇ ਨੂੰ ਨਹੀਂ ਮੰਨਦੇ। ਹੁਣ ਕੋਈ ਆਰੀਆ ਸਮਾਜੀ ਸੱਜਣ ਸੀ, ਮਹੂਰਤ ਤੇ ਉਹ ਮੰਨਦਾ ਨਹੀਂ ਸੀ, ਜੋਤਿਸ਼ ਤੇ ਉਹ ਮੰਨਦਾ ਨਹੀਂ ਸੀ, ਪਰ ਉਹਨੇ ਆਪਣੇ ਮਨ ਦੇ ਨਾਲ ਫੈਸਲਾ ਕੀਤਾ, ਘਰ ਦਾ ਬਜ਼ੁਰਗ ਸੀ, ਕਿ ਪੂਰੇ 9 ਵਜੇ ਮੁੰਡੇ ਦਾ ਵਿਆਹ ਕਰ ਦੇਣਾ ਆਪਾਂ ਵੈਦਿਕ ਰੀਤੀ ਨਾਲ। 9 ਵਜੇ ਮੁੰਡੇ ਦਾ ਵਿਆਹ ਹੋਊਗਾ। ਮਨ ਨੇ ਕਲਪਨਾ ਕਰ ਲਈ ਵੀ 9 ਵਜੇ ਹੋਊਗਾ, ਵੀ 7 ਵਜੇ ਤੁਰਾਂਗੇ, 8 ਵਜੇ ਦੁਬਾਰਾ 4 ਹੋਊਗਾ, ਉਹ ਜਿਹੜਾ ਦਰਵਾਜ਼ੇ ਤੇ ਕਰਦੇ ਮਿਲਦੀਆਂ ਮੁੱਲੀਆਂ ਜੋ ਵੀ ਆ, ਤੇ 9 ਵਜੇ ਪੂਰੇ ਵੈਦਿਕ ਰੀਤੀ ਨਾਲ ਵਿਆਹ ਹੋਊਗਾ। ਹੁਣ ਇਹ ਮਨ 'ਚ ਕਲਪਨਾ ਕਰ ਲਈ ਤੇ ਕੁਦਰਤੀ ਜਿੱਦਣ ਵਿਆਹ ਦਾ ਦਿਨ ਸੀ ਵਾਜੇ ਵਾਲੇ ਲੇਟ ਹੋ ਗਏ। ਹੁਣ ਮਨ ਦੀ ਕਲਪਨਾ ਇੱਥੇ ਖਲੋਤੀ ਵੀ ਇੰਨੇ ਵਜੇ ਕੰਮ ਹੋਊਗਾ, ਤਾਂ ਉਹ ਵਾਜੇ ਵਾਲੇ ਲੇਟ ਹੋ ਗਏ। 7 ਵਜੇ ਉਹਨਾਂ ਆਉਣਾ ਸੀ, ਉਹ ਆਏ ਨਾ, ਉਹ ਆਏ 8 ਵਜੇ, ਤੇ ਬਸ ਫਿਰ ਬਜ਼ੁਰਗ ਨੂੰ ਚੜਿਆ ਗੁੱਸਾ ਵੀ ਤੁਸੀਂ ਕੋਈ ਟੱਬਰ ਦੇ ਹੋ ਗਿਆ ਦਿਵਾਲੇ, ਕੋਈ ਕੰਮ ਤੁਸੀਂ ਧਿਆਨ ਨਾਲ ਨਹੀਂ ਕਰ ਸਕਦੇ। ਇਹ ਜਿਹੜੀਆਂ ਬੀਬੀਆਂ ਨੇ ਇਹ ਤੇ ਨਿਕਲਦੀਆਂ ਹੀ ਨਹੀਂ ਘਰ ਤੋਂ, ਰਾਜੀ ਨਹੀਂ, ਮੈਂ 9 ਵਜੇ ਦਾ ਅੱਗੇ ਟਾਈਮ ਦਿੱਤਾ ਹੈ, ਤੇ ਟੁੱਟ ਟੁੱਟ ਕੇ ਪਵੇ ਸਾਰੇ ਟੱਬਰ ਨੂੰ ਮੁਫਤ ਦੇ ਵਿੱਚ ਹੀ। ਉਹ ਇੱਕ ਸਿਆਣਾ ਸੱਜਣ ਕਹਿਣ ਲੱਗਾ ਵੀ ਮੁੰਡੇ ਦਾ ਵਿਆਹ 9 ਵਜੇ ਕਿਹੜਾ ਵਸ਼ਿਸ਼ਟ ਜੀ ਨੇ ਰੱਖਿਆ ਵਾ, ਇਹ ਤੂੰ ਹੀ ਟਾਈਮ ਦਿੱਤਾ 9 ਵਜੇ ਦਾ, ਤੇ ਕੋਈ ਨਹੀਂ 10 ਵਜੇ ਹੋ ਜਾਊਗਾ, ਤੇ ਤੂੰ ਕੀ ਵਿਆਹ ਵਾਲੇ ਦਿਨ ਕਲੇ ਪਾ ਕੇ ਬੈਠਾ ਸਾਰਿਆਂ ਦਾ ਲਹੂ ਪੀਣ ਡਿਆਂ ਤੂੰ, ਵੀ ਪ੍ਰੋਗਰਾਮ ਵਾਲਾ ਦਿਨ ਐਵੇਂ ਕਦੀ ਕਿਸੇ ਦੇ ਗੱਲ ਪੈਂਦਾ ਕਦੀ ਕਿਸੇ ਦੇ, ਵੀ ਹੋਰ ਕੋਈ ਕੰਮ ਨਹੀਂ ਹੈਗਾ ਤੈਨੂੰ, ਐ ਠੰਡਾ ਹੋ ਕੇ ਬਹਿ ਗਿਆ। ਇਹਨੂੰ ਕੀ ਕਹਿੰਦੇ ਨੇ? ਮੋਹ। ਜਿਹੜੀ ਚੀਜ਼ ਹੋਈ ਨਹੀਂ ਉਹਦੀ ਮਨ ਨਾਲ ਕਲਪਨਾ ਕਰਕੇ ਸੜੀ ਜਾਂਦਾ ਪਿਆ, ਦੁਖੀ ਹੋਈ ਜਾਂਦਾ ਵਾ, ਕੋਈ ਏਡੀ ਖਾਸ ਗੱਲ ਹੈ ਨਹੀਂ। ਤਾਂ ਜਦੋਂ ਸਾਡਾ ਮਨ ਆਪਣੀ ਸੋਚ ਦੇ ਨਾਲ ਹੀ ਕਲਪਨਾ ਕਰ ਕਰਕੇ ਸੜਨ ਲੱਗ ਪਏ ਤੇ ਸਮਝੋ ਇਹ ਬੰਦਾ ਮੋਹ 'ਚ ਹੈ, ਬਾਕੀ ਤੇ ਪਰਮੇਸ਼ਰ ਦਾ ਹੁਕਮ ਹੈ। ਜਾਂ ਫਿਰ ਇੱਕ ਹੋਰ ਉਦਾਹਰਨ ਦਿੰਦੇ ਨੇ ਧਾਰਮਿਕ ਗ੍ਰੰਥਾਂ ਵਿੱਚ ਵੀ ਕਿਸੇ ਸੱਜਣ ਨੇ ਸੋਚਿਆ ਵੀ ਇਸ ਵਾਰੀ ਝੋਨੇ ਤੋਂ ਜਾਂ ਕਣਕ ਤੋਂ ਇੰਨੀ ਆਮਦਨ ਹੋਵੇਗੀ, ਤੇ ਕੁਦਰਤੀ ਓਨੀ ਆਮਦਨ ਨਾ ਹੋਈ ਤੇ ਉਹ ਦੁਖੀ ਹੋ ਗਿਆ। ਤਾਂ ਕਿਸੇ ਨੇ ਸਮਝਾਇਆ ਵੀ ਰੱਬ ਨੇ ਚਿੱਠੀ ਭੇਜੀ ਸੀ ਵੀ ਇੰਨੀ ਹੋਊਗੀ, ਤੂੰ ਆਪੇ ਸੋਚਿਆ ਮਨ 'ਚ ਵੀ ਇੰਨੀ ਹੋਊਗੀ, ਉਹ ਨਹੀਂ ਹੋਈ, ਚੱਲ ਘੱਟ ਹੋਈ, ਅਗਲੇ ਸਾਲ ਜ਼ਿਆਦਾ ਹੋ ਜੂਗੀ, ਇਹ 'ਚ ਕਿਹੜੀ ਗੱਲ ਹੈ। ਤਾਂ ਉਹ ਵਿਦਵਾਨ ਕਹਿੰਦੇ ਨੇ ਵੀ ਮੋਹ ਨਾਮ ਕੱਲਾ ਪਕੜਦਾ ਨਹੀਂ ਆ, ਮੋਹ ਨਾਮ ਹੈ ਜਦੋਂ ਤੁਸੀਂ ਦੁਖੀ ਹੋਣ ਲੱਗ ਪੋ, ਆਪਣੇ ਚਿੱਤ ਨੂੰ ਵਿਪਰੀਤ ਕਰ ਲਓ, ਤਾਂ ਫਿਰ ਕੀ ਹੋ ਗਿਆ? ਅਸੀਂ ਮੋਹ ਦੇ ਵਿੱਚ ਫਸ ਚੁੱਕੇ ਹਾਂ, ਮੋਹ ਦੇ ਅਧੀਨ ਹੋ ਚੁੱਕੇ ਹੋਣਾ, ਤੇ ਜੋ ਹੈ ਉਹ ਵਾਹਿਗੁਰੂ ਜੀ ਦੇ ਹੁਕਮ ਦੇ ਵਿੱਚ ਹੀ ਹੋਣਾ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕੀ ਕਹਿੰਦੇ ਨੇ ਵੀ ਚਿੱਤ ਨੂੰ ਵਿਪਰੀਤ ਨਾ ਹੋਣ ਦੇ, ਉਲਟ ਨਾ ਹੋਣ ਦੇ। ਕਿਉਂ? ਜਿਸ ਵਾਹਿਗੁਰੂ ਨੇ ਪੈਦਾ ਕੀਤਾ ਵਾ ਉਹਨੇ ਰੋਜ਼ੀ ਰਿਜ਼ਕ ਵੀ ਲਿਖਿਆ ਹੋਇਆ। ਤਾਂ ਹੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ, ਆਪ ਆਦਿ ਕਾਲ ਤੋਂ ਅਦੇਵ ਵਿਸ਼ੇਸ਼ ਕਰਕੇ ਸਭ ਨੂੰ ਖਾਣ ਪਾਣ ਦੇਣ ਵਾਲੇ ਹੋ, ਰੋਜ਼ੀ ਰਿਜ਼ਕ ਦੇਣ ਵਾਲੇ ਹੋ। ਇਹ ਬੰਦਾ ਮੋਹ ਦੇ ਵਸ ਵਿੱਚ ਹੋਇਆ ਐਵੇਂ ਦੁਖੀ ਹੁੰਦਾ ਰਹਿੰਦਾ ਹੈ ਕਿ ਆਪ ਅਭੇਵ ਹੈ। ਹੇ ਵਾਹਿਗੁਰੂ ਜੀ, ਜੋ ਆਪ ਜੀ ਹੋ, ਆਪਣੇ ਆਪ ਦੇ ਅਭੇਵ ਭੇਤ ਤੋਂ ਰਹਿਤ ਹੋ, ਕਿਉਂਕਿ ਇਸ ਭੇਤ ਨੂੰ ਕੋਈ ਨਹੀਂ ਜਾਣਦਾ ਕਿ ਆਪ ਜੀ ਦੇ ਹੁਕਮ ਦੇ ਵਿੱਚ ਕੀ ਹੋਣਾ ਹੈ।
ਕਦੋਂ ਆਪ ਜੀ ਨੇ ਕੀ ਕਰ ਦੇਣਾ ਹੈ। ਹਰ ਕੀ ਗਤ ਨਹਿ ਕੋ ਜਾਣੈ, ਜੋਗੀ ਜਤੀ ਤਪੀ ਪਚ ਹਾਰੇ, ਆਰ ਬਹੁ ਲੋਕ ਸਿਆਣੇ। ਵੱਡੇ ਵੱਡੇ ਹਾਰ ਚੁੱਕੇ ਨੇ, ਵਾਹਿਗੁਰੂ ਜੀ ਦੀ ਗਤੀ ਨੂੰ ਕੋਈ ਨਹੀਂ ਜਾਣਦਾ। ਕਿਸੇ ਨੂੰ ਪਤਾ ਸੀ ਕਰੋਨਾ ਵਾਇਰਸ ਹੋਣਾ? ਇਹ ਤਾਂ ਹੁਣ ਜਾਣ ਕੇ ਆਪਦਾ ਟੌਰ ਬਣਾਉਣ ਨੂੰ ਵੀ ਫਲਾਣੇ ਗ੍ਰੰਥ 'ਚ ਆ ਲਿਖਿਆ ਜੀ, 2023 'ਚ ਆ ਹੋ ਜਾਣਾ ਜੀ, 2030 'ਚ ਆ ਹੋ ਜਾਣਾ ਜੀ। ਸਪਸ਼ਟ ਤੇ ਕਿਤੇ ਵੀ ਨਹੀਂ ਲਿਖਿਆ। ਜਿੱਦਾਂ ਕਿਸੇ ਨੇ ਲਿਖ ਦਿੱਤਾ ਵੀ ਆਉਣ ਵਾਲਾ ਟਾਈਮ ਬਹੁਤ ਮਾੜਾ ਵਾ। ਇਹ ਕਾਹਦੀ ਭਵਿੱਖਬਾਣੀ ਹੋਈ? ਇਹ ਤਾਂ ਸਿਆਣਪ ਆ ਵੀ ਸਾਰਿਆਂ ਨੂੰ ਪਤਾ ਵੀ ਆਉਣ ਵਾਲਾ ਟਾਈਮ ਮਾੜਾ ਵਾ, ਮਾਂ ਪਿਓ ਦੇ ਆਖੇ ਨਹੀਂ ਲੱਗਣਾ, ਕਿਸੇ ਨੇ ਧਰਮ ਤੇ ਨਹੀਂ ਚੱਲਣਾ। ਇਹ ਕੋਈ ਭਵਿੱਖਬਾਣੀ ਤਾਂ ਨਹੀਂ ਆ। ਭਵਿੱਖਬਾਣੀ ਤੇ ਹੁੰਦੀ ਆ ਪੂਰਾ ਐਕੂਰੇਟ ਟਾਈਮ ਦੱਸਿਆ ਜਾਵੇ ਵੀ ਫਲਾਣੇ ਟਾਈਮ ਫਲਾਣੇ ਦਿਨ ਆਹ ਕੰਮ ਹੋਊਗਾ। ਦੂਸਰਾ, ਗੁਰਬਾਣੀ ਕਹਿੰਦੀ ਆ ਵੀ ਸਭ ਰਾਜ ਸ੍ਰਿਸ਼ਟ ਘਾਲੇ। ਜਿਹੜੇ ਗੁਰਮੁਖ ਨੇ, ਇਉਂ ਗੁਰਮੁਖ ਆਪ ਨਿਵਾਰੀਏ। ਇੱਕ ਗੁਰਮੁਖਾਂ ਨੂੰ ਰੱਬ ਦੇ ਭਾਣੇ ਦਾ ਪਤਾ ਹੈ, ਪਰ ਉਹ ਕਦੀ ਵੀ ਵਿਖਾਵਾ ਨਹੀਂ ਕਰਦੇ, ਕਦੀ ਵੀ ਪਖੰਡ ਨਹੀਂ ਕਰਦੇ ਤੇ ਕਦੀ ਵੀ ਲੋਕਾਂ ਨੂੰ ਆਪ ਦੇ ਪਿੱਛੇ ਨਹੀਂ ਲਾਉਂਦੇ। ਹੁਣ ਕਿਸੇ ਨੂੰ ਕੀ ਪਤਾ ਸੀ ਕਰੋਨਾ ਵਾਇਰਸ ਆਉਣ ਲੱਗਾ ਬਈ? ਕਿਸੇ ਨੂੰ ਕੋਈ ਨਹੀਂ ਸੀ ਪਤਾ। ਉਹ ਜਦੋਂ ਹੋ ਗਿਆ ਸਾਰਾ ਕੁਝ ਤੇ ਹੁਣ ਸਾਰੇ ਪੂਛਾਂ ਚੁੱਕੀ ਫਿਰਦੇ ਆ ਵੀ ਵੇਖਿਆ ਮੈਂ ਤੇ ਪਹਿਲਾਂ ਕਿਹਾ ਸੀ। ਉਹ ਕਹਿੰਦੇ ਤੂੰ ਕੀ ਕਿਹਾ ਸੀ? ਤੂੰ ਤੇ ਤੁੱਕੇ ਹੀ ਮਾਰੀ ਗਿਆ। ਜਿਵੇਂ ਕੋਈ ਸੱਜਣ ਸੀ ਨਾ, ਉਹ ਕਿਸੇ ਨੂੰ ਉਹਨੇ ਪਰਚੀ ਲਿਖ ਕੇ ਦੇ ਦੇਣੀ, ਉਹ ਲਿਖਣੀ ਇਸ ਹਿਸਾਬ ਦੇ ਨਾਲ, ਵਿਸਰਾਮ ਇਸ ਹਿਸਾਬ ਦੇ ਨਾਲ ਲਾਉਣਾ ਵੀ ਜੇ ਤੇ ਹੋ ਗਿਆ ਮੁੰਡਾ ਤੇ ਤਾਂ ਵੀ ਉਹਦੀ ਬੱਲੇ ਬੱਲੇ, ਤੇ ਜੇ ਹੋ ਗਈ ਕੁੜੀ ਤੇ ਤਾਂ ਵੀ ਉਹਦੀ ਬੱਲੇ ਬੱਲੇ। ਉਹਨੇ ਲਿਖਣਾ ਮੁੰਡਾ ਨਹੀਂ ਕੁੜੀ। ਜੇ ਤੇ ਹੋ ਗਿਆ ਮੁੰਡਾ, ਉਹਨੇ ਵਿਸਰਾਮ ਲਾਉਣਾ ਮੁੰਡੇ ਤੇ ਅੱਗੇ ਉਹਨੇ ਕਹਿਣਾ ਵੇਖੋ ਮੈਂ ਤੇ ਪਹਿਲਾਂ ਕਿਹਾ ਸੀ ਨਾ ਮੁੰਡਾ ਨਹੀਂ ਕੁੜੀ। ਤੇ ਜੇ ਹੋ ਜਾਣੀ ਵਿਚਾਰੀ ਲੜਕੀ ਤੇ ਉਹਨੇ ਵਿਸਰਾਮ ਲਾਉਣਾ ਨਹੀਂ ਤੇ ਜਾ ਕੇ ਮੁੰਡਾ ਨਹੀਂ ਕੁੜੀ। ਇਹ ਜਿਹੜੇ ਅੱਜ ਕੱਲ੍ਹ ਇਹ ਭਵਿੱਖਬਾਣੀਆਂ ਕਰਦੇ ਫਿਰਦੇ ਨਾ, ਕਰੋਨਾ ਐ ਹੋ ਜਾਣਾ, ਆਉਣ ਵਾਲੇ ਟਾਈਮ 'ਚ ਇਹ ਹੋਣਾ, ਇਹ ਮੁੰਡਾ ਨਹੀਂ ਕੁੜੀ ਵਾਲੇ ਆ ਸਾਰੇ। ਜੇ ਗੁਰਬਾਣੀ ਨੂੰ ਅਸੀਂ ਪੜ੍ਹੀਏ ਤੇ ਗੁਰਬਾਣੀ ਕੀ ਕਹਿੰਦੀ ਹੈ? ਹਰ ਕੀ ਗਤ ਨਹਿ ਕੋ ਜਾਣੈ, ਜੋਗੀ ਜਤੀ ਤਪੀ ਪਚ ਹਾਰੇ, ਆਰ ਬਹੁ ਲੋਕ ਸਿਆਣੇ। ਕਿਉਂ? ਉਹਦੀ ਤਾਕਤ ਇੰਨੀ ਆ, ਇੱਕ ਸਕਿੰਟ 'ਚ ਪਤਾ ਨਹੀਂ ਕੀ ਕਰ ਸਕਦਾ। ਛਿਨ ਮੈਂ ਰਾਓ ਰੰਗ ਕੋ ਕਰੀ, ਰਾਓ ਰੰਗ ਕਰ ਡਾਰੇ। ਇੱਕ ਸਕਿੰਟ 'ਚ ਰੀਤੇ ਭਰੇ ਭਰੇ ਸਕਨਾਵੇ, ਯਹ ਤਾਕੋ ਵਿਵਹਾਰੇ। ਤੇ ਜਿਹੜੇ ਗੁਰਮੁਖ ਨੇ, ਜਿਨ੍ਹਾਂ ਨੂੰ ਤ੍ਰਿਕਾਲ ਦ੍ਰਿਸ਼ਟੀ ਪ੍ਰਾਪਤ ਹੈ, ਉਹ ਵਾਹਿਗੁਰੂ ਦੇ ਭਾਣੇ ਤੋਂ ਬਾਹਰ ਜਾ ਕੇ ਇਹੋ ਜਿਹੇ ਪਖੰਡ ਕਰਦੇ ਨਹੀਂ। ਇਸ ਕਰਕੇ ਮਹਾਰਾਜ ਕਹਿੰਦੇ ਨੇ ਕਿ ਸੱਚੇ ਪਾਤਸ਼ਾਹ ਆਪ ਅਭੇਵ ਹੋ। ਆਪ ਜੀ ਦਾ ਭੇਦ ਕੌਣ ਜਾਣ ਸਕਦਾ ਹੈ? ਕੌਣ ਪਾ ਸਕਦਾ ਹੈ? ਇੱਕ ਸਕਿੰਟ ਦੇ ਵਿੱਚ ਜੋ ਚਾਹੋ ਉਹ ਕਰ ਸਕਦੇ ਹੋ। ਕਿ ਚਿਤਰੰ ਬਹੀਨੈ। ਜਾਂ ਫਿਰ ਆਪ ਕਹਿੰਦੇ ਨੇ ਜਲ ਨੂੰ, ਆਪ ਮੈਨੇ ਜਲ। ਜਲ ਭਾਵ ਤੱਤ, ਪੰਜ ਤੱਤ, ਅੱਗ ਆਦਿਕ ਪੰਜ ਤੱਤ ਜਿਹੜੇ ਨੇ, ਇਹਨਾਂ ਦੀ ਆਪ ਜੀ ਤੱਕ ਪਹੁੰਚ ਨਹੀਂ। ਮਨੁੱਖਾ ਸਰੀਰ ਜਿਵੇਂ ਪੰਜਾਂ ਤੱਤਾਂ ਤੋਂ ਬਣਿਆ ਹੈ, ਪੰਜਾਂ ਤੱਤਾਂ 'ਚ ਹੀ ਵਲੀਨ ਹੁੰਦਾ ਹੈ। ਆਪ ਜੀ ਦੀ ਹਸਤੀ ਇਸ ਤਰ੍ਹਾਂ ਦੀ ਨਹੀਂ ਵੀ ਜਿਹੜੀ ਪੰਜਾਂ ਤੱਤਾਂ ਤੋਂ ਬਣੀ ਹੈ ਤੇ ਪੰਜਾਂ ਤੱਤਾਂ 'ਚ ਹੀ ਵਲੀਨ ਹੋ ਜੇ। ਆਪ ਅਭੇਵ ਜਲ ਆਦਿਕਾਂ ਦੇ ਪਹੁੰਚ ਤੋਂ ਦੂਰ ਹੋ ਕਿ ਚਿਤਰੰਗ ਬਹੀਨੈ। ਇਹ ਅਕਾਲ ਪੁਰਖ ਜੀ ਕਿਸੇ ਵੀ ਪ੍ਰਕਾਰ ਦੇ ਚਿੱਤਰ, ਮੂਰਤੀ, ਤਸਵੀਰ ਆਦਿ ਤੋਂ ਬਹੀਨ ਬਿਨਾ ਹੋ। ਕਿਉਂਕਿ ਆਪ ਜੀ ਦੀ ਤਸਵੀਰ ਆਦਿ ਕੋਈ ਨਹੀਂ ਬਣਾ ਸਕਦਾ ਹੈ। ਕਿਸੇ ਦੇ ਵੱਸ ਦੀ ਗੱਲ ਨਹੀਂ। ਸੱਚੇ ਪਾਤਸ਼ਾਹ ਦੀ, ਵਾਹਿਗੁਰੂ ਅੰਤਰਜਾਮੀ ਦੀ ਕੋਈ ਤਸਵੀਰ ਬਣਾ ਦੇਵੇ। ਸਤਿਗੁਰੂ ਜਾਪ ਸਾਹਿਬ 'ਚ ਪ੍ਰਤੱਖ ਫਰਮਾਉਂਦੇ ਨੇ, ਜਾਤ ਪਾਤ ਨਾ ਤਾਤ ਜਾ ਕੋ, ਮੰਤਰ ਮਾਤ ਨਾ ਮਿੱਤਰ, ਸਰਬ ਠੌਰ ਬਿਖੇ ਰਮਿਓ, ਜਿਹ ਚੱਕਰ ਚਿਹ ਨਾ ਚਿੱਤਰ।
ਅਕਾਲ ਉਸਤਤ ਵਿੱਚ ਮਹਾਰਾਜ ਕਹਿੰਦੇ ਜਿਸ ਵਾਹਿਗੁਰੂ ਦਾ ਕੋਈ ਚਿੱਤਰ ਹੀ ਨਹੀਂ, ਭਾਈ ਉਹਦੀ ਫੋਟੋ ਕਿਸ ਤਰ੍ਹਾਂ ਕੋਈ ਬਣਾ ਸਕਦਾ ਹੈ। ਕਿ ਏਕੈ ਅਧੀਨੈ। ਇਹ ਅਕਾਲ ਪੁਰਖ ਜੀ, ਇਹ ਜਿੰਨਾ ਸੰਸਾਰ ਹੈ ਸਭ ਇੱਕ ਆਪ ਜੀ ਦੇ ਹੀ ਅਧੀਨ ਹੈ। ਕਰੇ ਕਰਾਏ ਆਪ ਪ੍ਰਭ, ਸਭ ਕੁਛ ਤਿਸ ਹੀ ਹਾਥ। ਜੋ ਆਪ ਚਾਹੋ ਕਰ ਸਕਦੇ ਹੋ, ਜੋ ਆਪ ਚਾਹੋ ਕਰਾ ਸਕਦੇ ਹੋ। ਜਾਂ ਇੱਥੇ ਇੱਕ ਸ਼ਬਦ ਦਾ ਅੰਤਰੀਵ ਅਰਥ ਮਹਾਂਪੁਰਸ਼ ਕਰਦੇ ਨੇ, ਹੇ ਅਕਾਲ ਪੁਰਖ ਜੀ ਤੂੰ ਸਿਰਫ ਇੱਕ ਭਗਤਾਂ ਦੇ ਅਧੀਨ, ਜਿਹੜੇ ਨਿਰਛਲ ਭਾਵ ਦੇ ਨਾਲ ਆਪ ਜੀ ਦੀ ਭਗਤੀ ਕਰਦੇ ਨੇ। ਸਭ ਕੋ ਤੇਰੇ ਵਸ ਅਗਮ ਅਗੋਚਰਾ, ਤੂੰ ਭਗਤਾਂ ਕੇ ਵਸ, ਭਗਤਾਂ ਤਾਣ ਤੇਰਾ। ਇੱਕ ਹੈ ਅਧੀਨੇ, ਜਾਂ ਆਪ ਇੱਕ ਸਿਰਫ ਭਗਤਾਂ ਦੇ ਸੰਤਾਂ ਦੇ ਅਧੀਨ ਹੋ। ਕਿ ਰੋਜੀ ਰਜਾਕੈ। ਰੋਜ਼ੀ ਕਹਿੰਦੇ ਨੇ ਨਿੱਤ ਦੀ ਖੁਰਾਕ, ਨਿੱਤ ਦਾ ਭੋਜਨ ਉਹਨੂੰ ਰੋਜ਼ੀ ਕਹਿੰਦੇ ਹਨ, ਜਿਹੜਾ ਨਿਤਾ ਪ੍ਰਤੀ ਦੇਣਾ ਹੈ। ਔਰ ਰਜ਼ਾਕ ਕਹਿੰਦੇ ਨੇ ਅਰਬੀ ਦੇ ਵਿੱਚ ਰਿਜ਼ਕ ਦੇਣ ਵਾਲੇ ਨੂੰ, ਰਿਜ਼ਕ ਦਾਤਾ ਨੂੰ। ਤੇ ਰਜ਼ਾਕੈ ਪੰਜਾਬੀ ਦੇ ਵਿੱਚ ਕਹਿੰਦੇ ਰਜਾ ਕੇ, ਕਿਸੇ ਨੂੰ ਰਜਾ ਦੇਣਾ, ਢਿੱਡ ਭਰ ਦੇਣਾ, ਤ੍ਰਿਪਤ ਕਰ ਦੇਣਾ, ਇੱਛਾ ਮਾਰ ਦੇਣੀ। ਹੇ ਅਕਾਲ ਪੁਰਖ ਸੱਚੇ ਪਾਤਸ਼ਾਹ ਜੀ, ਰੋਜ਼ੀ ਨਿੱਤ ਦੇ ਭੋਜਨ ਦੇਣ ਵਾਲੇ ਆਪ ਰਜ਼ਾਕੈ, ਰਿਜ਼ਕ ਦਾਤਾ ਹੋ। ਗੁਰਬਾਣੀ ਇਸ ਗੱਲ ਉੱਤੇ ਬਹੁਤ ਜ਼ੋਰ ਦਿੰਦੀ ਹੈ ਕਿ ਪਾਰ ਨਾ ਪਾਏ ਸਕੇ ਪਦਮਾਪਤ, ਵੇਦ ਕਿਤੇਬ ਅਭੇਦ ਉਚਾਰੇ। ਰੋਜ਼ੀ ਹੀ ਰਾਜ ਬਲੋਕਤ ਰਾਜ਼ਕ, ਰੋਖ ਰੂਹਾਨ ਕੀ ਰੋਜ਼ੀ ਨਾ ਟਾਰੇ। ਜਾਂ ਫਿਰ ਪੋਖਤ ਹੈ ਜਲ ਮੈਂ ਥਲ ਮੈਂ ਪਲ ਮੈਂ, ਕਲ ਕੇ ਨਹੀਂ ਕਰਮ ਵਿਚਾਰੇ। ਦੀਨ ਦਇਆਲ ਦਇਆ ਨਿਧ, ਦੋਖਨ ਦੇਖਤ ਹੈ ਪਰ ਦੇਤ ਨਾ ਹਾਰੇ। ਵਾਹਿਗੁਰੂ ਸੱਚੇ ਪਾਤਸ਼ਾਹ ਕਿਸੇ ਦੇ ਕਰਮ ਨਹੀਂ ਵੇਖਦਾ, ਜਦੋਂ ਕਿਸੇ ਤੇ ਬਖਸ਼ਿਸ਼ ਕਰਦਾ ਹੈ। ਜਦੋਂ ਉਹਨੇ ਰੋਜ਼ੀ ਰੋਟੀ ਦੇਣੀ ਉਦੋਂ ਕਰਮ ਨਹੀਂ ਦੇਖਣੇ, ਕਰਮਾਂ ਦਾ ਹਿਸਾਬ ਵੱਖਰਾ ਹੋਵੇਗਾ। ਬੰਦੇ ਦਾ ਤੇ ਰੱਬ ਦਾ ਇੰਨਾ ਕੁ ਫਰਕ ਹੈ, ਜਦੋਂ ਅਸੀਂ ਕਿਸੇ ਦਾ ਕੰਮ ਕਰਨ ਲੱਗਦੇ ਹਾਂ ਨਾ, ਅਸੀਂ ਦੇਖਦੇ ਹਾਂ ਵੀ ਇਹ ਬੰਦੇ ਨੇ ਸਾਡਾ ਕਿੰਨਾ ਕੁ ਸਵਾਰਿਆ, ਸਾਨੂੰ ਇਸ ਬੰਦੇ ਤੋਂ ਕੀ ਫਾਇਦਾ, ਕੀ ਲਾਭ ਕੀ ਨੁਕਸਾਨ। ਜੇ ਤੇ ਜ਼ਿਆਦਾ ਫਾਇਦਾ ਫਿਰ ਆਪਾਂ ਵੀ ਕਰ ਛੱਡਦੇ ਉਹਨਾਂ। ਇਦਾਂ ਹੀ ਚੱਲਦੀ ਨਾ ਦੁਨੀਆ ਸਾਰੀ। ਪਰ ਪ੍ਰਮਾਤਮਾ ਦਾ ਇੱਕ ਫਰਕ ਆ, ਉਹ ਕੀ, ਉਹਨੇ ਰੋਜ਼ੀ ਰੋਟੀ ਦੇਣੀ ਆ, ਪਾਲੇ ਅਕਿਰਤ ਘਣਾ, ਭਾਵੇਂ ਅਕਿਰਤ ਘੜ ਕਿਉਂ ਨਾ ਹੋਵੇ। ਤੇ ਕਰਮਾਂ ਦਾ ਹਿਸਾਬ ਵੱਖਰਾ ਲਿਆ ਜਾਵੇਗਾ, ਵੱਖਰਾ ਕੀਤਾ ਜਾਵੇਗਾ। ਰੋਜ਼ੀ ਰੋਟੀ ਨਹੀਂ ਉਹ ਕਿਸੇ ਦੀ ਮਾਰਦਾ। ਇਸ ਕਰਕੇ ਮਹਾਰਾਜ ਕਹਿੰਦੇ ਉਹ ਰਜ਼ਾਕ ਹੈ। ਜਾਂ ਫਿਰ ਇਹੋ ਜੀ ਕਿਰਪਾ ਕਰਦਾ ਅਕਾਲ ਪੁਰਖ ਆਪਣੇ ਸੰਤਾਂ ਉੱਤੇ, ਭਗਤਾਂ ਉੱਤੇ, ਕਿ ਉਹਨਾਂ ਨੂੰ ਰੋਜ਼ੀ ਆਦਿਕ ਦਾਤਾਂ ਦੇ ਕੇ, ਇੰਨਾ ਕੁਝ ਦੇ ਕੇ ਫਿਰ ਰਜ਼ਾਕੇ ਰਜਾ ਦਿੰਦਾ ਹੈ, ਤ੍ਰਿਪਤ ਕਰ ਦਿੰਦਾ ਹੈ, ਕਿ ਬਾਅਦ ਦੇ ਵਿੱਚ ਪਦਾਰਥਾਂ ਦੀ ਕੋਈ ਇੱਛਾ ਨਹੀਂ ਰਹਿ ਜਾਂਦੀ, ਪਦਾਰਥਾਂ ਦੀ ਕੋਈ ਭੁੱਖ ਨਹੀਂ ਰਹਿ ਜਾਂਦੀ। ਹਰ ਜੀਓ ਤੇਰੀ ਦਾਤੀ ਰਾਜਾਂ, ਰੱਬ ਦਾਤ ਦਵੇ ਤੇ ਭੁੱਖ ਮਰੇਗੀ, ਨਹੀਂ ਤੇ ਲੋਭ ਨਹੀਂ ਮਰਦਾ ਕਿਸੇ ਦਾ। ਮਾਨਸ ਬੱਪੜਾ ਕਿਆ ਸਾਲਾਹੀ, ਕਿਆ ਤਿਸ ਕਾ ਮੁਹਤਾਜਾ। ਬੰਦੇ ਤੋਂ ਦਾਤ ਲਓਗੇ ਤੇ ਲੋਭ ਜਿਹੜਾ ਹੈ ਉਹ ਬਣਿਆ ਹੀ ਰਹਿੰਦਾ ਹੈ। ਰਹੀਮੈ ਰਹਾਕੈ। ਰਹੀਮ ਅਰਬੀ ਦੇ ਵਿੱਚ ਕਹਿੰਦੇ ਨੇ ਰਹਿਮ ਕਰਨ ਵਾਲੇ ਨੂੰ, ਤਰਸ ਕਰਨ ਵਾਲੇ ਨੂੰ। ਰਹਾਕੇ ਫਾਰਸੀ ਦੇ ਵਿੱਚ ਕਹਿੰਦੇ ਨੇ ਨਿਰਬੰਧ ਨੂੰ, ਬੰਧਨ ਖਲਾਸੀ ਕਰਨ ਨੂੰ, ਮੁਕਤ ਕਰਨ ਵਾਲੇ ਨੂੰ। ਹੇ ਅਕਾਲ ਪੁਰਖ ਜੀ, ਆਪ ਰਹਿਮ ਕਰਨ ਵਾਲੇ ਹੋ, ਤਰਸ ਕਰਨ ਵਾਲੇ ਹੋ, ਤੇ ਰਿਹਾਈ ਖਲਾਸੀ ਦੇਣ ਵਾਲੇ ਹੋ, ਮੁਕਤੀ ਦੇਣ ਵਾਲੇ ਹੋ। ਇੱਕ ਬੜਾ ਸੁੰਦਰ ਪ੍ਰਸੰਗ ਕਲਗੀਧਰ ਸੱਚੇ ਪਾਤਸ਼ਾਹ ਦਾ ਆਉਂਦਾ ਹੈ। ਸਤਿਗੁਰੂ ਅੱਜ ਵੀ ਹਾਜ਼ਰ ਨੇ। ਧੰਨ ਗੁਰੂ ਗ੍ਰੰਥ ਸਾਹਿਬ ਨੂੰ ਆਪਾਂ ਪ੍ਰਗਟ ਗੁਰਾਂ ਦੀ ਜੋਤ ਕਹਿੰਦੇ ਆ। ਅੱਜ ਵੀ ਆਪਣੇ ਸਿੱਖ ਦੀ ਬਾਂਹ ਫੜਦੇ ਨੇ, ਸਹਾਇਤਾ ਕਰਦੇ ਨੇ। ਮਹਾਰਾਸ਼ਟਰ ਦੇ ਵਿੱਚ ਇੱਕ ਜਗ੍ਹਾ ਦਾ ਨਾਂ ਹੈ ਜਨਵਾਰਾ। ਉੱਥੋਂ ਦੇ ਰਹਿਣ ਵਾਲੇ ਦੋ ਮਰਹੱਟੇ, ਬਾਲਾ ਰਾਓ ਤੇ ਰੁਸਤਮ ਰਾਓ, ਬੜੇ ਦਲੇਰ ਮਰਦ,
बड़े खाड़कू जरनैल, और जे कहा जाए तो बहुत वड्डी दलेरी उन्हां नूं रब ने दित्ती सी। ते महाराष्ट्र दे जिहड़े राजे सी, सरदार सी, उन्हां दी परवाह नहीं करते सन। कह के उन्हां ने लुटना, दस के उन्हां ने पैना, ना चोरी लुटना ते ना चोरी पैना। बड़ियां बड़ियां मुहिमां उन्हां दे खिलाफ गईयां, पर वो किसी दे हत्थ ना आए। तो एक बारी महाराष्ट्र दा जिहड़ा राजा सी, ਉਹਦੇ ਵੱਲੋਂ फिर सारी फौज इकट्ठे करके घेर के ਉਹਨਾਂ ਨੂੰ गिरफ्तार करन दा यतन कीता। भावें कि ਉਹਨਾਂ लड़ाई बहुत की, बड़ी सूरमताई दिखाई, पर कित्थे ये दो सज्जण ते इन्हां दे नाल दे ते कित्थे महाराष्ट्र दी सारी फौज। अखीर घेरा पै गया, गिरफ्तारी दे विच आ गए। तां महाराष्ट्र दा जिहड़ा राजा सी, ਉਹਨੇ ਪੂਨੇ ਦੀ ਥਾਂ ਜਿਹੜੀ ਆ ਨਾ, ਉੱਥੇ ਸਤਾਰੇ ਨਾਮ ਜਿਹੜਾ ਕਿਲਾ ਵਾ, ਉਸ ਦੇ ਵਿੱਚ ਗ੍ਰਿਫਤਾਰ ਕਰਕੇ ਉਮਰ ਕੈਦ ਕਰਕੇ ਪਾ ਦਿੱਤਾ। ਹੱਥਾਂ 'ਚ ਹੱਥ ਕੜੀਆਂ, ਪੈਰਾਂ 'ਚ ਬੇੜੀਆਂ। ਅਖੀਰ ਜਿੰਨੇ ਮਰਜ਼ੀ ਦਲੇਰ ਸੀ, ਪਰ ਜੇਲ੍ਹ ਦਾ ਦੁੱਖ, ਉਮਰ ਕੈਦ ਦਾ ਦੁੱਖ ਮਨ ਤੋੜ ਦਿੰਦਾ ਹੈ, ਦਿਲ ਤੋੜ ਦਿੰਦਾ ਹੈ। ਤਾਂ ਦੋਵਾਂ ਦੇ ਮਨ ਤੇ ਬੜਾ ਗਹਿਰਾ ਅਸਰ ਹੋਇਆ, ਸੱਟ ਵੱਜੀ ਤੇ ਯਤਨ ਕਰ ਲੱਗੇ ਵੀ ਕਿਸੇ ਤਰ੍ਹਾਂ ਹੁਣ ਸਾਰੀ ਉਮਰ ਜੇਲ੍ਹ 'ਚ ਸੜ ਕੇ ਮਰਾਂਗੇ, ਇੱਥੋਂ ਨਿਕਲੀਏ। ਤਾਂ ਉਸ ਵਾਸਤੇ ਜਿਹੜਾ ਪੁਰਾਣਾ ਤਰੀਕਾ ਸੀ, ਸਾਡਾ ਇਤਿਹਾਸ ਦਾ ਗ੍ਰੰਥ ਕੀ ਕਹਿੰਦੇ ਨੇ, ਦੇਵ ਸੰਤ ਬਹੁ ਪੀਰ ਬਣਾਏ, ਕੋਈ ਨਾ ਤਿਨ ਕੋ ਸਕਿਓ ਛਡਾਏ। ਬੰਦਾ ਜਦੋਂ ਦੁਖੀ ਹੋ ਜਾਂਦਾ ਨਾ, ਫਿਰ ਕਦੀ ਦੇਵਤਿਆਂ ਦੀ ਸੁਖਣਾ ਸੁਖ ਵੀ ਚੱਲ ਇਹ ਕੰਮ ਨਹੀਂ ਆਇਆ ਤੇ ਦੂਜਾ ਆ ਜੇ, ਫਿਰ ਪੀਰਾਂ ਦੀ ਸੁਖਣਾ ਸੁਖ, फिर किसी संत की सुखना सुख। अखीर कहते कोई देवी कोई देवता उन्हें छड्डिया नहीं जिहदी सुखना नहीं सुखी, पर कोई देवी नहीं काम आई, कोई देवता नहीं काम आया, कोई मुसलमान पीर नहीं काम आया, कोई फकीर नहीं काम आया, कोई संत साध नहीं काम आया। उत्थे पहरे ते इन्हां दे चंगे कर्मां नूं एक दुर्गा नामे सिंह रहिंदा सी महाराज दा। गुरु का सिख सी, नाम सी उहदा दुर्गा सिंह, जिहड़ा पहरे ते खलोता बड़े प्रेम दे नाल अपनी बाणी पढ़दा सी ते सतगुरां दे बचनां नूं चेते रखदा सी भी साडे सतगुरां ने तां जंग दे विच नितनेम दा नागा नहीं पाया, ते मैं पहरे ते खलोता ही नितनेम दा नागा पालां भी ड्यूटी करदा ते नितनेम ही नहीं करना। बड़ा नितनेम दा धनी। ਉਹਦੀ ਬਾਣੀ ਸੁਣ ਕੇ ਇਹਨਾਂ ਦੋਵਾਂ ਭਰਾਵਾਂ ਨੂੰ ਬੜੀ ਸ਼ਾਂਤੀ ਆਈ ਤੇ ਕਹਿਣ ਲੱਗੇ ਵੀ ਤੂੰ ਕਿਸ ਗੁਰੂ ਦੀ ਕਲਾਮ ਪੜ੍ਹਦਾ ਹੈ, ਸਾਨੂੰ ਸੁਣ ਕੇ ਬੜੀ ਸ਼ਾਂਤੀ ਆਈ। ਇਹਨੇ ਫਿਰ ਦੱਸਿਆ ਵੀ ਮੈਂ ਧੰਨ ਗੁਰੂ ਨਾਨਕ ਦੇਵ ਸਾਹਿਬ ਆਦਿਕ ਸਤਿਗੁਰਾਂ ਦੀ ਬਾਣੀ ਪੜ੍ਹਦਾ ਵਾਂ। 9 ਪਾਤਸ਼ਾਹੀਆਂ ਹੋ ਚੁੱਕੀਆਂ ਨੇ। 10ਵੇਂ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਇਸ ਆਪਣੇ ਇਲਾਕੇ 'ਚ ਆਏ ਨੇ। महाराष्ट्र के इलाके च हजूर साहब विचर रहे ने। वो हुण गद्दी दे मालक ने ते सर्व कला संपन्न ने, जो चाहण कर सकते ने। प्रतख देव ने कलयुग दे, प्रतख देव। जो मंगोगे मिलेगा, इसे टाइम मिलेगा। ये नहीं भी अज चंगे कर्म कीते ते अगले जन्म च मिलेगा। साक्षात प्रतख देव ने, जो मंगोगे मिलेगा। उन्हां दे दर इन्हां दी शरधा बजी, भावना बजी। उस सिख दे उपदेश देण ते उन्हें सतगुरां दे स्वरूप दा ध्यान भी दसिया। तां ये दोवें भरा फिर सतगुरां दा सिमरन करना शुरू कीता ते इतिहास दे विच लिखिया, परम प्रेम मन मह उपजायो, निस दिन गुर मैं ध्यान लगायो। ऐसा प्रेम पैदा होया कि शरीर दी शुद्ध भुल गई। बाला राव चौंकड़े च ही बैठा रहिंदा ते सतगुरां दे ध्यान दे विच ही बैठा रहिंदा। ते रात नूं 17 जिहड़ा किला सी, उत्थे बाला राव ते रुस्तम राव दे किले विच जेल खाने में जाके प्रगट होए। तां जदों सतगुरु जी दे घोड़ियां दी टाप सुनी, आवाज़ सुनी ना, तां बाला राव ने अखां खोल के वेखिया भी
ਤੇ ਕਹਿਣ ਲੱਗਾ ਤੁਸੀਂ ਕੌਣ? ਕਹਿੰਦੇ ਜਿਨ੍ਹਾਂ ਦਾ ਤੂੰ ਧਿਆਨ ਕਰਦਾ ਹੈ। ਤੇ ਸਮਾਂ ਬਹੁਤਾ ਨਹੀਂ, ਸਾਡੇ ਘੋੜੇ ਦੀ ਰਕਾਬਾਂ ਫੜ ਤੇ ਆਪਦੇ ਭਰਾ ਰੁਸਤਮ ਰਾਓ ਨੂੰ ਵੀ ਸੁੱਤੇ ਨੂੰ ਉਠਾ। ਇਹ ਕਹਿਣ ਲੱਗਾ ਸੱਚੇ ਪਾਤਸ਼ਾਹ ਵੀ ਮੇਰੇ ਤੇ ਹੱਥ 'ਚ ਕੜੀਆਂ ਨੇ, ਪੈਰਾਂ 'ਚ ਬੇੜੀਆਂ ਨੇ। ਤਾਂ ਮਹਾਰਾਜ ਕਹਿਣ ਲੱਗੇ ਵਾਹਿਗੁਰੂ ਦਾ ਨਾਮ ਲੈ ਤੇ ਪਹਿਰੇਦਾਰਾਂ ਨੂੰ ਵੀ ਆਵਾਜ਼ ਮਾਰ ਕੇ ਕਹਿ ਦੇ ਵੀ ਚੱਲੇ ਆ। ਇਹ ਸਰੀਰ ਛੱਡਣ ਤੋਂ ਬਾਅਦ ਦੀ ਗੱਲ ਹੈ। ਤਾਂ ਜਦੋਂ ਸਤਿਗੁਰੂ ਜੀ ਨੇ ਇਹ ਬਚਨ ਕੀਤਾ ਤੇ ਬਾਲਾ ਰਾਓ ਨੇ ਉੱਚੀ ਆਵਾਜ਼ 'ਚ ਆਖਿਆ ਵੀ ਅਸੀਂ ਚੱਲੇ ਆ, ਸਾਡਾ ਜ਼ਾਹਰਾ ਪੀਰ ਸਾਡਾ ਸਤਿਗੁਰੂ ਸਾਨੂੰ ਲੈਣ ਆਇਆ ਹੈ, ਬਾਅਦ ਦੇ ਵਿੱਚ ਨਾ ਕਿਉ। ਤਾਂ ਹੱਥਾਂ ਦੀਆਂ ਕੜੀਆਂ ਟੁੱਟ ਗਈਆਂ, ਪੈਰਾਂ ਦੀਆਂ ਕੜੀਆਂ ਟੁੱਟ ਗਈਆਂ। ਤਾਂ ਦੋਵਾਂ ਨੂੰ ਮਹਾਰਾਜ ਨੇ ਆਪਣੇ ਘੋੜੇ ਦੀ ਰਕਾਬ ਫੜਾ ਕੇ, ਹੁਣ ਆਮ ਬੰਦੇ ਜਿਹੜਾ ਅਸ਼ਰਦਕ ਬੰਦਾ ਉਹਦੇ ਮੰਨਣ ਚਾਹੇਗਾ ਵੀ ਜਿਵੇਂ ਪੰਛੀ ਉੱਡਦਾ ਹੈ ਇੱਦਾਂ ਘੋੜੇ ਨੂੰ ਮਹਾਰਾਜ ਜੀ ਨੇ ਉਡਾਇਆ ਤੇ ਕਾਫੀ ਦੂਰ ਇੱਕ ਜਗ੍ਹਾ ਦਾ ਨਾਮ ਆਉਂਦਾ ਹੈ, ਉੱਥੇ ਸਥਾਨ ਵੀ ਬਣਿਆ, ਉੱਥੇ ਜਾ ਕੇ ਦੋਵਾਂ ਨੂੰ ਤਾਰਿਆ, ਨਿਹਾਲ ਕੀਤਾ, ਬੰਦ ਖਲਾਸੀ ਕੀਤੀ ਮਹਾਰਾਜ ਨੇ ਸੱਚੇ ਪਾਤਸ਼ਾਹ ਨੇ। ਤੇ ਉਹਨਾਂ ਸਿੱਖਾਂ ਨੇ ਬੇਨਤੀ ਕੀਤੀ ਮਹਾਰਾਜ ਅਸੀਂ ਤੇ ਸੁਖਣਾ ਸੁਖੀ ਆਪ ਜੀ ਦੀ। ਮਹਾਰਾਜ ਕਹਿੰਦੇ ਬਈ ਹੁਣ ਇਸ ਸਰੀਰ 'ਚ ਦਰਸ਼ਨ ਨਹੀਂ, ਐਂ ਕਰੋ ਹਜੂਰ ਸਾਹਿਬ ਚਲੇ ਜਾਓ, ਉੱਥੇ ਜਾ ਕੇ ਕੜਾਹ ਪ੍ਰਸ਼ਾਦ ਦੀ ਦੇਗ ਕਰਾਓ ਤੇ ਆਪਣੀ ਜਿਹੜੀ ਮਨੌਤ ਮੰਨੀ ਆ ਉੱਥੇ ਜਾ ਕੇ ਚੜਾਓ, ਉੱਥੇ ਅਸੀਂ ਹਾਜ਼ਰ ਰਹਿੰਦੇ ਹਾਂ। ਤਾਂ ਗੁਰਬਾਣੀ ਕੀ ਕਹਿੰਦੀ ਹੈ? ਇਤਿਹਾਸ ਦੇ ਬਚਨ ਬੜੇ ਸੋਹਣੇ ਦਰਜ ਕੀਤੇ। ਪ੍ਰਭ ਬੋਲੇ ਜੋ ਸਿੱਖ ਹੈ ਮੇਰੇ, ਸਿਮਰੈ ਸਤਿਗੁਰ ਸਾਂਝ ਸਵੇਰੇ। ਜਿਹੜੇ ਮੇਰੇ ਸਿੱਖ ਨੇ ਉਹ ਮੈਨੂੰ ਰਾਤ ਤੇ ਦਿਨ ਯਾਦ ਕਰਦੇ ਨੇ, ਮੇਰਾ ਸਿਮਰਨ ਕਰਦੇ ਨੇ। ਨਰ ਤੇ ਕਹਾਂ ਬਚਾਵਨ ਗਾਥਾ, ਜਮ ਤੇ ਰਾਖੂ ਦੇ ਕਰ ਹੱਥਾ। ਬੰਦਿਆਂ ਤੋਂ ਬਚਾਉਣ ਦੀ ਗੱਲ ਛੱਡੋ, ਮੈਂ ਤੇ ਜਮਾਂ ਤੋਂ ਵੀ ਬਚਾਊਂਗਾ ਜਿਹੜੇ ਮੇਰੇ ਸਿੱਖ ਹੋਣਗੇ ਤੇ ਮੇਰਾ ਸਿਮਰਨ ਸਵੇਰੇ ਤੇ ਸ਼ਾਮ ਕਰਿਆ ਕਰਨਗੇ। ਜਿਹੜਾ ਚੌਂਕੜਾ ਮਾਰ ਕੇ ਕਲਗੀਧਰ ਦਾ ਸਿਮਰਨ ਕਰਦਾ ਹੈ ਨਾ, ਕਲਗੀਧਰ ਸੁਆਮੀ ਸੁਖੈ ਗਾਂਬੀ, ਇਹ ਕਲਗੀਧਰ ਦਾ ਜਾਪ ਕਰਦਾ ਹੈ। ਮਹਾਰਾਜ ਕਹਿੰਦੇ ਬੰਦਿਆਂ ਦੀ ਗੱਲ ਛੱਡੋ, ਇਹਨਾਂ ਦੁਨਿਆਵੀ ਜੇਲ੍ਹਾਂ ਦੀ ਗੱਲ ਛੱਡੋ, ਮੈਂ ਤੇ ਉਹਨਾਂ ਨੂੰ ਜਮਾਂ ਤੋਂ ਵੀ ਜਾ ਕੇ ਛਡਾ ਲਿਆਉਣਾ, ਕੱਢ ਲਿਆਉਣਾ ਹੈ। ਇਹਨੂੰ ਕੀ ਕਹਿੰਦੇ ਨੇ? ਰਹਾਕੇ। ਕਿ ਹੇ ਸੱਚੇ ਪਾਤਸ਼ਾਹ ਜਿੱਥੇ ਤੁਸੀਂ ਰਹੀਮੈ ਰਹਿਮ ਕਰਨ ਵਾਲੇ ਹੋ, ਤਰਸ ਕਰਨ ਵਾਲੇ ਹੋ, ਉੱਥੇ ਰਹਾਕੇ ਬੰਦ ਖਲਾਸੀ ਵੀ ਕਰਨ ਵਾਲੇ ਹੋ। ਕਿ ਪਾਕ ਬੇਅਬ ਹੈ। ਇਹ ਸੱਚੇ ਪਾਤਸ਼ਾਹ ਆਪ ਦੇ ਵਿੱਚ ਐਬ ਹੀ ਕੋਈ ਨਹੀਂ, ਬੇਐਬ, ਐਬਾਂ ਤੋਂ ਰਹਿਤ, ਦੋਸ਼ਾਂ ਤੋਂ ਰਹਿਤ, ਵਕਾਰਾਂ ਤੋਂ ਰਹਿਤ। ਜੋ ਅਕਾਲ ਪੁਰਖ ਬੇਐਬ ਹੈ, ਇਸੇ ਕਰਕੇ ਆਪ ਜੀ ਪਾਕ, ਉਹ ਪਵਿੱਤਰ, ਉਹ ਸਭ ਤੋਂ। ਕਿਉਂ ਪਵਿੱਤਰ ਤੇ ਉਹ ਹੀ ਹੈ ਜਿਹੜਾ ਬੇਐਬ ਹੈ। ਤਾਂ ਦੁਨੀਆ ਦੇ ਵਿੱਚ ਕਿਸੇ ਹਰੇਕ ਨੂੰ ਕੋਈ ਨਾ ਕੋਈ ਰੋਗ ਤੇ ਹੁੰਦਾ ਹੀ ਹੈ, ਕੋਈ ਨਾ ਕੋਈ ਵਿਕਾਰ ਤੇ ਚਿੰਬੜਿਆ ਹੁੰਦਾ ਹੈ। ਇਸ ਕਰਕੇ ਕੋਈ ਵੀ ਬੇਐਬ ਨਹੀਂ। ਇੱਕੋ ਇੱਕ ਵਾਹਿਗੁਰੂ ਪਰਮੇਸ਼ਰ ਇਸ ਤਰ੍ਹਾਂ ਦਾ ਹੈ ਜਿਹੜਾ ਬੇਐਬ ਹੈ, ਇਸ ਕਰਕੇ ਪਾਕ ਪਵਿੱਤਰ ਵੀ ਹੈ। ਕਿ ਗੈਬੁਲ ਗੈਬ ਹੈ। ਗੈਬੁਲ ਗੈਬ, ਗੈਬ ਉਲ, ਉਲ ਅਰਬੀ ਦੇ ਵਿੱਚ ਪ੍ਰਤੇ ਹੈ ਜਿਹਦਾ ਅਰਥ ਹੁੰਦਾ ਸੇ, ਤੋ, ਕਾ, ਕੇ, ਕੀ। ਇਹ ਗੈਬ ਤੋਂ ਵੀ ਗੈਬ, ਉਲ ਪ੍ਰਤੇ ਹੋ ਗਿਆ ਨਾ, ਅਰਥ ਹੋ ਗਿਆ ਤੋ ਅਰਬੀ ਦੇ ਵਿੱਚ। ਜਿਹੜਾ ਵਾਹਿਗੁਰੂ ਗੁਪਤ ਤੋਂ ਵੀ ਗੁਪਤ ਹੈ, ਭਾਵ ਮਨ ਦੀ ਪਕੜ, ਮਨ ਕਿੰਨਾ ਤੇਜ਼ ਆ ਪਰ ਮਨ ਦੀ ਪਕੜ 'ਚ ਵੀ ਨਹੀਂ ਆਉਂਦਾ ਹੈ, ਇੰਦਰੀਆਂ ਦੀ ਪਕੜ ਦੇ ਵਿੱਚ ਨਹੀਂ ਆਉਂਦਾ ਹੈ। ਐਸਾ ਵਾਹਿਗੁਰੂ ਜਿਹੜਾ ਗੁਪਤ ਤੋਂ ਗੁਪਤ ਹੈ, ਗੁਰੂ ਦੀ ਕਿਰਪਾ ਦੇ ਨਾਲ ਪ੍ਰਾਪਤ ਹੁੰਦਾ ਹੈ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਜੀ। ਅੱਗੇ ਵਾਸਤੇ ਸਾਰੀ ਸੰਗਤ ਨੇ ਕਿਰਪਾ ਕਰਕੇ ਸਮਤ ਬਖਸ਼ੜੀ। ਆਓ ਹੁਣ ਕਥਾ ਵਿਚਾਰ ਦੀ ਇੱਥੇ ਹੀ ਸਮਾਪਤੀ ਕਰੀਏ। ਬੇਨਤੀ ਕਰੀਏ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ, ਲੇਖੈ ਕਤੇ ਨਾ ਛੂਟੀਐ, ਖਿਨ ਖਿਨ ਭੂਲਣ ਹਾਰ, ਬਖਸ਼ਣ ਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਏ ਰੋਜ਼ੀ ਰਜ਼ਾਕੈ ਰਹੀਮੈ ਰਹਾਕੈ,
ਕਿ ਪਾਕ ਬੇਅਬ ਹੈ ਕਿ ਗੈਬੁਲ ਗੈਬ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।